ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਆਂ ਵੱਡੀਆਂ ਖਬਰਾਂ। ਗੁਰਬਾਣੀ ਦੇ ਮੁਫਤ ਪ੍ਰਚਾਰ ਲਈ ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ। ਸੀਐਮ ਭਗਵੰਤ ਮਾਨ ਬੋਲੇ, ਮਾਡਰਨ ਮਸੰਦਾਂ ਤੋਂ ਛਡਵਾਉਣੀ ਹੈ ਗੁਰਬਾਣੀ ਪ੍ਰਸਾਰਣ ਦੇ ਫੈਸਲੇ ਉੱਤੇ ਨਵਜੋਤ ਸਿੱਧੂ ਨੇ ਸੀਐਮ ਭਗਵੰਤ ਮਾਨ ਦੀ ਕੀਤੀ ਸ਼ਲਾਘਾ। ਪੰਜਾਬ ਵਿੱਚ ਨਹੀਂ ਦਿਖਾਈ ਦੇਵੇਗਾ ਬਿਪਰਜੋਏ ਤੂਫਾਨ ਦਾ ਅਸਰ, ਮੌਸਮ ਵਿਭਾਗ ਨੇ ਖਤਮ ਕੀਤਾ ਅਲਰਟ। ਸੀਐਮ ਭਗਵੰਤ ਮਾਨ ਵੱਲੋਂ ਮਸੰਦ ਕਹੇ ਜਾਣ ਤੇ ਭੜਕੇ ਬਿਕਰਮ ਮਜੀਠੀਆ। ਕਿਹਾ ਹੁਣ ਕਟਾਰੂ ਚੱਕ ਕਰਨਗੇ ਸਿੱਖਾਂ ਦੇ ਮਸਲੇ ਉੱਤੇ ਫੈਸਲਾ। ਕੋਠੀ ਦੱਬਣ ਵਾਲੇ ਮਸਲੇ ਉੱਤੇ ਬੋਲੇ ਮਨਦੀਪ ਮੰਨਾ। ਸੀਐਮ ਭਗਵੰਤ ਮਾਨ ਨੂੰ ਕੀਤੀ ਅਪੀਲ। ਕਿਹਾ ਪੀੜਤ ਐਨਆਰਆਈ ਪਰਿਵਾਰ ਨੂੰ ਦਿਓ ਇਨਸਾਫ। ਹੁਣ ਖਬਰਾਂ ਵਿਸਤਾਰ ਦੇ ਨਾਲ। ਸ਼੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰ ਹੋਣ ਵਾਲੀ ਗੁਰਬਾਣੀ ਨੂੰ ਸਭ ਤੱਕ ਮੁਫਤ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵੱਲੋਂ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਉੱਤੇ ਵੱਡਾ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ ਜਿਵੇਂ ਹੀ ਪਹਿਲਾਂ ਮਸੰਦਾਂ ਤੋਂ ਗੁਰਦੁਆਰੇ ਛੁਡਵਾਈ ਸੀ, ਉਵੇਂ ਹੀ ਮਾਡਰਨ ਮਸੰਦਾਂ ਤੋਂ ਗੁਰਬਾਣੀ ਛਡਾਉਣੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਰਬਾਣੀ ਪ੍ਰਸਾਰਣ ਫ੍ਰੀ ਹੋਣੀ ਚਾਹੀਦੀ ਹੈ। ਇਸ ਦੇ ਲਈ ਉਹਨਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਦਾ ਐਕਟ ਵਿਧਾਨ ਸਭਾ ਵਿੱਚ ਲਿਆਵਾਂਗੇ। ਜਿਵੇਂ ਮਸੰਦਾਂ ਤੋਂ ਗੁਰਦੁਆਰੇ ਛਡਾਏ ਸੀ, ਇਹ ਮਾਡਰਨ ਮਸੰਦਾਂ ਤੋਂ ਅਸੀਂ ਪਵਿੱਤਰ ਗੁਰਬਾਣੀ ਛਡਾਉਣੀ ਹੈ। ਜੇ ਮੈਂ ਇਹ ਕਹਾਂ ਕਿ ਗੁਰਬਾਣੀ ਪੂਰੀ ਦੁਨੀਆ 'ਚ ਫੈਲਣੀ ਚਾਹੀਦੀ ਹੈ, ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ, ਕਹਿੰਦੇ ਪੰਥ ਤੇ ਹਮਲਾ। ਇਹ ਪੀਟੀਸੀ ਪੰਥ ਹੋ ਗਿਆ ਜੀ। ਪ੍ਰਕਾਸ਼ ਟੈਲੀਵਿਜ਼ਨ ਕਾਰਪੋਰੇਸ਼ਨ ਪੰਥ ਹੈ ਇਹ, ਬਾਕੀ ਸਾਰੇ ਨਹੀਂ। ਅੱਛਾ, ਸੁਖਬੀਰ ਬਾਦਲ ਕਿਹੜੇ ਬਿਹਾਫ ਤੇ ਵਿਰੋਧ ਕਰ ਰਿਹਾ? ਐਜ਼ ਏ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਅਕਾਲੀ ਦਲ ਜਾਂ ਪੀਟੀਸੀ ਦੇ ਮਾਲਕ ਦੇ ਤੌਰ ਤੇ ਵਿਰੋਧ ਕਰ ਰਿਹਾ ਹੈ? ਇਹ ਵੀ ਕਲੀਅਰ ਕਰੇ ਸੁਖਬੀਰ ਬਾਦਲ। ਯੂਰਪ 'ਚ ਬੈਠਾ, ਕਿਤੇ ਬੈਠਾ, ਪਤਾ ਨਹੀਂ ਕਿੱਥੇ ਗਿਆ ਹੋਇਆ। ਮੈਨੂੰ ਇੱਕ ਹੋਰ ਸਮਝ ਨਹੀਂ ਆਉਂਦੀ, 2012 ਤੋਂ ਬਾਅਦ ਇਲੈਕਸ਼ਨ ਨਹੀਂ ਹੋਈ ਸ਼੍ਰੋਮਣੀ ਕਮੇਟੀ ਦੀ। ਸੰਵਿਧਾਨ ਮੁਤਾਬਕ 5 ਸਾਲਾਂ ਜੇ ਇਲੈਕਸ਼ਨ ਨਾ ਹੋਏ 5 ਸਾਲਾਂ 'ਚ, ਤਾਂ ਉਹ ਬੋਡੀ ਜਿਹੜੀ ਹੈ ਗੈਰ ਲੋਕਤੰਤਰਿਕ ਬਣ ਜਾਂਦੀ ਹੈ। ਹੁਣ ਇਹ ਕਾਰਜਕਾਰੀ ਸ਼੍ਰੋਮਣੀ ਕਮੇਟੀ ਹੈ। ਕੱਲ ਪਰਸੋਂ ਦੇਖੋ, ਕਾਰਜਕਾਰੀ ਜਥੇਦਾਰ ਸਾਹਿਬ ਨੂੰ ਇਹ ਕਹਿ ਕੇ ਉਤਾਰ ਦਿੱਤਾ ਗਿਆ ਕਿ ਕਾਰਜਕਾਰੀ ਚੱਲ ਰਿਹਾ ਸੀ। ਤੇ ਲਾਹਿਆ ਕਿਹਨੇ? ਕਾਰਜਕਾਰੀ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਨੇ। ਆਪ ਤਾਂ ਪੱਕੇ ਹੈ ਨਹੀਂ ਉੱਥੇ। ਲੋਕਾਂ ਨੂੰ ਕਹੀ ਜਾਂਦੇ ਤੂੰ ਲੈ ਜਾ, ਤੂੰ ਕਾਰਜਕਾਰੀ। ਇੱਥੇ ਤੁਸੀਂ ਵੀ ਤਾਂ ਕਾਰਜਕਾਰੀ ਹੋ ਜੀ। ਇਲੈਕਸ਼ਨਾਂ ਤਾਂ ਹੋਈਆਂ ਹੀ ਨਹੀਂ 11 ਸਾਲ ਤੋਂ। ਗੁਰਬਾਣੀ ਪ੍ਰਸਾਰਣ ਦੇ ਫੈਸਲੇ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਵੀ ਸੀਐਮ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਹੈ। ਨਵਜੋਤ ਸਿੱਧੂ ਨੇ ਇਸ ਫੈਸਲੇ ਨੂੰ ਸਲਾਮ ਕਰਦੇ ਹੋਏ ਸੀਐਮ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ। ਇਸ ਦੌਰਾਨ ਉਹਨਾਂ ਨੇ ਟਵੀਟ 'ਚ ਲਿਖਿਆ ਕਿ ਸਰਬ ਸਾਂਝੀ ਗੁਰਬਾਣੀ ਭਾਵ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਲਈ ਇਹ ਮੇਰੇ ਸਮੇਤ ਦੁਨੀਆ ਭਰ ਦੇ ਲੱਖਾਂ ਸਿੱਖਾਂ ਦੀ ਮਨਮੋਹਕ ਇੱਛਾ ਸੀ। ਸ਼ਲਾਘਾਯੋਗ ਉਪਰਾਲਾ, ਸੀਐਮ ਭਗਵੰਤ ਮਾਨ ਜੀ ਮੁਬਾਰਕਾਂ। ਉਹ ਖੁਦ ਇਸ ਮਾਮਲੇ ਵਿੱਚ ਪਹਿਲਾਂ ਹੀ ਮੰਗ ਕਰਦੇ ਆ ਰਹੇ ਹਨ ਕਿ ਸਰਬ ਸਾਂਝੀ ਗੁਰਬਾਣੀ ਨੂੰ ਇੱਕ ਚੈਨਲ ਤੱਕ ਸੀਮਿਤ ਕਰਨ ਦੀ ਬਜਾਏ ਸਾਰੇ ਚੈਨਲਾਂ ਰਾਹੀਂ ਹਰ ਘਰ ਤੱਕ ਪਹੁੰਚਾਇਆ ਜਾਵੇ। ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸ਼ਲਾਘਾਯੋਗ ਕੰਮ ਹੈ। ਇਸ ਮਾਮਲੇ ਵਿੱਚ ਉਹ ਭਗਵੰਤ ਮਾਨ ਦੇ ਨਾਲ ਹਨ। ਦਰਅਸਲ ਬੀਤੇ ਦਿਨੀ ਸੀਐਮ ਭਗਵੰਤ ਮਾਨ ਨੇ ਇੱਕ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਉਹਨਾਂ ਨੇ ਲਿਖਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਵਿੱਚ ਇੱਕ ਨਵੀਂ ਧਾਰਾ ਜੋੜੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਵਾਹਿਗੁਰੂ ਜੀ ਦੇ ਆਸ਼ੀਰਵਾਦ ਸਦਕਾ ਇੱਕ ਇਤਿਹਾਸਿਕ ਫੈਸਲਾ ਲੈਣ ਜਾ ਰਹੇ ਹਾਂ। ਸਮੂਹ ਸੰਗਤਾਂ ਦੀ ਮੰਗ ਮੁਤਾਬਕ ਸਿੱਖ ਗੁਰਦੁਆਰਾ ਐਕਟ 1925 ਵਿੱਚ ਇੱਕ ਨਵੀਂ ਧਾਰਾ ਜੋੜ ਰਹੇ ਹਾਂ ਕਿ ਹਰਿਮੰਦਰ ਸਾਹਿਬ ਜੀ ਤੋਂ ਗੁਰਬਾਣੀ ਦਾ ਪ੍ਰਸਾਰਣ ਸਭ ਲਈ ਮੁਫਤ ਹੋਵੇ। ਅਰਬ ਸਾਗਰ ਤੋਂ ਸ਼ੁਰੂ ਹੋਏ ਚੱਕਰਵਾਤੀ ਤੂਫਾਨ ਬਿਪਰਜੋਏ ਨੇ ਉੱਤਰੀ ਭਾਰਤ ਵਿੱਚ ਆਉਂਦੇ ਹੀ ਆਪਣਾ ਹਾਲ ਬਦਲ ਲਿਆ ਹੈ। ਇਸ ਦੇ ਚੱਲਦਿਆਂ ਹੁਣ ਪੰਜਾਬ 'ਚ ਮੌਸਮ ਵਿਭਾਗ ਨੇ ਸਾਰੇ ਅਲਰਟ ਖਤਮ ਕਰ ਦਿੱਤੇ ਹਨ। ਇਸ ਤਰ੍ਹਾਂ ਦੇ ਅਗਲੇ 4 ਦਿਨ ਕਿਸੇ ਵੀ ਤਰ੍ਹਾਂ ਦੀ ਬਾਰਿਸ਼ ਹੋਣ ਦੀ ਭਵਿੱਖਬਾਣੀ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ ਵਧਣ ਦੀ ਸੰਭਾਵਨਾ ਹੈ। ਹੁਣ ਪੱਛਮੀ ਗੜਬੜੀ ਕਾਰਨ 24 ਜੂਨ ਨੂੰ ਮੀਂਹ ਪੈ ਸਕਦਾ ਹੈ। ਦਰਅਸਲ ਉੱਤਰ ਭਾਰਤ ਵਿੱਚ ਵੱਧ ਰਹੀ ਬਿਪਰਜੋਏ ਦੀ ਰਫ਼ਤਾਰ ਵਿੱਚ ਕਮੀ ਆਈ ਹੈ। ਸਮੁੰਦਰ ਵਿੱਚ 200 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੇ ਤੂਫਾਨ ਦੀ ਰਫ਼ਤਾਰ ਹੁਣ ਸਿਰਫ 40 ਕਿਲੋਮੀਟਰ ਦੇ ਨਜ਼ਦੀਕ ਰਹਿ ਚੁੱਕੀ ਹੈ। ਇੰਨਾ ਹੀ ਨਹੀਂ, ਤੂਫਾਨ ਹਰਿਆਣਾ ਦਿੱਲੀ ਵੱਲ ਵਧਣ ਦੀ ਬਜਾਏ ਯੂਪੀ ਵੱਲ ਝੁਕ ਗਿਆ ਹੈ, ਜਿਸ ਕਾਰਨ ਪੰਜਾਬ 'ਚ ਤੂਫਾਨ ਆਉਣ ਦਾ ਕੋਈ ਅਲਰਟ ਨਹੀਂ ਹੈ। ਹਾਲਾਂਕਿ ਮਾਲਵੇ ਵਿੱਚ ਤੂਫਾਨ ਕਾਰਨ ਬਣੇ ਦਬਾਅ ਕਾਰਨ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ 4 ਦਿਨਾਂ 'ਚ ਦਿਨ ਦਾ ਤਾਪਮਾਨ 40 ਡਿਗਰੀ ਤੋਂ ਵੱਧ ਪਾਰ ਹੋਣ ਦੀ ਭਵਿੱਖਬਾਣੀ ਕੀਤੀ ਹੈ। ਸਿੱਖ ਗੁਰਦੁਆਰਾ ਐਕਟ ਤੇ ਸੋਧ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੰਤਰੀ ਲਾਲਚੰਦ ਕਟਾਰੂ ਚੱਕ ਤੇ ਭਗਵੰਤ ਮਾਨ ਦੋਹਾਂ ਵਿੱਚੋਂ ਨਾ ਤਾਂ ਕੋਈ ਸਿੱਖੀ ਸਰੂਪ ਵਿੱਚ ਪੂਰਾ ਹੈ ਤੇ ਨਾ ਹੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਵੋਟ ਪਾ ਸਕਦਾ ਹੈ। ਉਹ ਅੰਮ੍ਰਿਤਧਾਰੀ ਸਿੱਖਾਂ ਵੱਲੋਂ ਚੁਣੀ ਸਿੱਖ ਸੰਸਥਾ ਨੂੰ ਦੱਸਣਗੇ ਕਿ ਕੀ ਕਰਨਾ ਚਾਹੀਦਾ ਹੈ। ਜਿਵੇਂ ਮਸੰਦਾਂ ਤੋਂ ਗੁਰਦੁਆਰੇ ਛਡਾਏ ਸੀ, ਇਹ ਮਾਡਰਨ ਮਸੰਦਾਂ ਤੋਂ ਅਸੀਂ ਪਵਿੱਤਰ ਗੁਰਬਾਣੀ ਛਡਾਉਣੀ ਹੈ। ਅਸਲ ਮਸੰਦ ਤੇ ਆਪ ਸੰਦਾਂ ਵਾਲਾ ਰੂਪ ਤਾਂ ਤੇਰਾ,
ਤੂੰ ਗੱਲ ਕਰਦਾ ਦੂਜਿਆਂ ਦੀ। ਹੁਣ ਕਟਾਰੂ ਚੱਕ ਫੈਸਲਾ ਕਰੂ ਸਿੱਖਾਂ ਦੇ ਮੁੱਦੇ ਤੇ ਬਚ ਜੋ, ਮਸੰਦ ਕੌਣ ਹੈ ਕੌਣ ਨਹੀਂ ਤੁਸੀਂ ਆਪ ਕਰ ਲਓ ਫੈਸਲਾ। ਮੈਂ ਕਹਿੰਦਾ ਮਾਰੋ ਗੋਲੀ, ਕਿਸੇ ਚੈਨਲ ਨੂੰ ਮਿਲੇ ਪ੍ਰਚਾਰਨ ਦਾ ਹੱਕ ਨਾ ਮਿਲੇ ਉਹ ਗੱਲ ਦੂਰ ਦੀ ਆ, ਮਗਰ ਕਟਾਰੂ ਚੱਕ ਕੈਬਨਿਟ 'ਚ ਬਹਿ ਕੇ ਫੈਸਲਾ ਕਰੂ। ਹੁਣ ਕੀ ਸ੍ਰੀ ਹਰਿਮੰਦਰ ਸਾਹਿਬ ਹੋਣਾ ਚਾਹੀਦਾ ਕਿ ਇਹ ਦਿਨ ਵੇਖਣੇ ਪੈਣੇ? ਹੁਣ ਇੱਕ ਸ਼ਰਾਬੀ ਕਬਾਬੀ ਬੰਦਾ ਗੁਰਸਿੱਖਾਂ ਦੇ ਜਿੱਥੇ ਵੋਟ ਵੀ ਗੁਰਸਿੱਖ ਪਾਉਂਦੇ, ਕੇਵਲ ਪਤਿਤ ਸਿੱਖ ਨਹੀਂ ਪਾ ਸਕਦਾ, ਉਸ ਮੁੱਦੇ ਤੇ ਫੈਸਲਾ ਗੁਰਸਿੱਖ ਨਹੀਂ ਕਰਨਗੇ। ਹੁਣ ਇਹ ਕਰੂਗਾ ਕਿ ਸਾਰੀ ਵਰਲਡ 'ਚ ਸਭ ਜਗ੍ਹਾ ਚੱਲੂਗੀ। ਚਲੋ ਚੱਲੇ ਨਾ ਚੱਲੇ ਉਹ SGPC ਨੇ ਉਹਦੇ ਤੇ ਫੈਸਲਾ ਦੇਣਾ, ਮਗਰ ਵਿੱਚ ਹੀ ਜੇ ਕੋਈ ਇਸ਼ਤਿਹਾਰ ਆਉਣ ਲੱਗ ਗਈ ਸ਼ਰਾਬ ਦੀ, ਵਿੱਚ ਹੀ ਜੇ ਕੋਈ ਇਸ਼ਤਿਹਾਰ ਆਉਣ ਲੱਗ ਗਈ ਕਿ ਆ ਜੀ ਜੇ ਆਪਣੀ ਉਹ ਜਿਹੜੀ ਕਹਿੰਦੇ ਸਿਹਤ ਵਧਾਉਣ ਵਾਲੀਆਂ, ਜਦੋਂ ਗੁਰਬਾਣੀ ਦਾ ਪ੍ਰਸਾਰਨ ਚੱਲ ਰਿਹਾ ਹੋਊਗਾ ਉਦੋਂ ਹੀ ਪਤਾ ਲੱਗੂਗਾ। ਵਿੱਚੇ ਆ ਗਿਆ ਭਗਵੰਤ ਮਾਨ, ਆਪ ਦੀ ਗੱਲ ਕੀਤੀ ਯੋਗ ਕਰਦਾ ਦਿਖੂਗਾ ਤੁਹਾਨੂੰ, ਜਾਂ ਗੁਜਰਾਤ ਜਾਂਦਾ ਦਿਖੂਗਾ ਤੁਹਾਨੂੰ, ਜਾਂ ਕੇਜਰੀਵਾਲ ਕੋਈ ਨਾਟਕ ਕਰਦਾ ਦਿਖੂਗਾ, ਉਦੋਂ ਕਹਿਣਗੇ ਹੁਣ ਠੀਕ ਹੋਇਆ। ਜੇ ਗੁਰੂ ਘਰ ਦੀ ਸੇਵਾ ਸੰਭਾਲਣਾ ਚਾਹੁੰਦਾ ਪਹਿਲਾਂ ਗੁਰੂ ਵਾਲਾ ਬਣੇ। ਮੈਨੂੰ ਸਭ ਤੋਂ ਵੱਧ ਇਸ ਗੱਲ ਦੀ ਖੁਸ਼ੀ ਤੇ ਤਸੱਲੀ ਹੋਊਗੀ, ਮਗਰ ਫਿਰ ਪੈਗ ਨਹੀਂ ਲਾ ਪਊ 8 PM ਤੋਂ ਬਾਅਦ। ਇਹਨਾਂ ਗੱਲ ਦਾ ਧਿਆਨ ਰੱਖੇ। ਸਮਾਜ ਸੇਵੀ ਮਨਦੀਪ ਮੰਨਾ ਕੈਨੇਡਾ ਦੇ ਦੌਰੇ ਤੇ ਹਨ। ਇਸ ਦੌਰਾਨ ਮਨਦੀਪ ਮੰਨਾ ਨੇ ਪੀੜਤ NRI ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪੀੜਤ NRI ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਕਿ ਇੱਕ MLA ਵੱਲੋਂ ਇੱਕ NRI ਦੀ ਕੋਠੀ ਦੇ ਉੱਤੇ ਕਬਜ਼ਾ ਕੀਤਾ ਗਿਆ। ਮੈਂ ਮਾਨ ਸਾਹਿਬ ਤੁਹਾਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ, ਮੈਂ ਹਰ ਜਗ੍ਹਾ ਦੇ ਉੱਤੇ ਕਹਿਣਾ ਕਿ ਤੁਸੀਂ ਇਮਾਨਦਾਰ ਹੋ, ਤੁਸੀਂ ਇਮਾਨਦਾਰੀ ਨਾਲ 1.25 ਸਾਲ ਜਿਹੜਾ ਪੰਜਾਬ ਦਾ ਹੰਢਾਇਆ, ਤੁਹਾਡੇ ਉੱਤੇ ਵੀ ਇੱਥੇ ਲਾਹਣਤਾਂ ਪੈ ਰਹੀਆਂ ਨੇ। ਮੈਂ ਇੱਥੇ ਫਿਰ ਰਿਹਾ ਔਰ ਜਗ੍ਹਾ ਜਗ੍ਹਾ ਦੇ ਉੱਤੇ ਇਹ ਮਸਲਾ ਜਿਹੜਾ ਵਿਚਾਰਿਆ ਜਾ ਰਿਹਾ। ਮੈਨੂੰ ਕਈ ਲੋਕਾਂ ਨੇ ਇੱਥੇ ਖਲੋ ਕੇ ਕਹਿ ਦਿੱਤਾ ਵੀ ਤੁਸੀਂ ਇਹਦੇ ਉੱਤੇ ਕਿਉਂ ਨਹੀਂ ਬੋਲਦੇ NRIs ਲਈ। ਮੇਰਾ ਮੈਡਮ ਮਾਣੂਕੇ ਨੂੰ ਇੱਕ ਸਵਾਲ ਹੈ ਕਿ ਕੋਈ ਚੋਰ ਗੱਡੀ ਚੋਰੀ ਕਰਕੇ ਲੈ ਆਵੇ, ਉਹਦੀ ਚਾਬੀ ਤੁਹਾਨੂੰ ਫੜਾ ਦੇਵੇ ਤੇ ਮਗਰ ਮਾਲਕ ਆ ਜੇ ਆਪਣੇ ਦਸਤਾਵੇਜ਼ ਲੈ ਕੇ, ਤੇ ਤੁਸੀਂ ਕੀ ਕਹੋਗੇ ਵੀ ਮੈਂ ਚਾਬੀ ਜਿਹੜੀ ਉਹ ਚੋਰ ਨੂੰ ਮੋੜਨੀ ਆ? ਤੁਹਾਡਾ ਫਰਜ਼ ਹੈ, ਲੋਕਾਂ ਨੇ ਤੁਹਾਨੂੰ MLA ਬਣਾਇਆ। ਆਮ ਤੌਰ ਤੇ ਪੁਰਾਣੇ ਲੀਡਰਾਂ ਨੂੰ ਇਹ ਮੈਂ ਤੇ ਵੇਖਦਾ ਰਿਹਾ, ਮੈਂ ਅਕਾਲੀਆਂ 'ਚ ਵੀ ਰਿਹਾ, ਮੈਂ ਕਾਂਗਰਸ ਨਾਲ ਵੀ ਰਿਹਾ, ਆਮ ਤੌਰ ਤੇ ਸਰਕਾਰ ਬਣਦਿਆਂ ਹੀ ਕੁੱਤੇ ਵਾਂਗੂ ਸੁੰਘਦੇ ਫਿਰਦੇ ਨੇ ਵੀ ਝਗੜੇ ਵਾਲੀ ਜਗ੍ਹਾ ਹੈਗੀ ਆ ਕਿਤੇ, ਝਗੜੇ ਵਾਲੀ ਜਗ੍ਹਾ ਹੈਗੀ ਆ ਕਿਤੇ। ਉਹ ਕੰਮ ਤੁਸੀਂ ਲੋਕਾਂ ਨੇ ਵੀ ਅਪਣਾ ਲਏ। ਜੇ ਇਹ ਗਲਤ ਸੀਗੇ ਤੇ ਤੁਹਾਡੀ ਲੈਣੀ ਨਹੀਂ ਸੀ ਇਹ ਕੋਠੀ ਬਣਦੀ। ਫਿਰ ਤੁਸੀਂ ਤਰੱਕੀ ਦਿੱਤਾ ਕਿ ਖਹਿਰੇ ਨੇ ਵੀ ਜ਼ਮੀਨ ਦੱਬੀ ਆ, ਉਹ ਆਪਣੀ ਜ਼ਮੀਨ ਪਹਿਲਾਂ ਛੱਡੇ। ਮੈਂ ਤੈਨੂੰ ਪੁੱਛਣਾ ਚਾਹੁੰਦਾ, ਜੇ ਖਹਿਰੇ ਨੇ ਜ਼ਮੀਨ ਦੱਬੀ ਹੈ ਤੇ ਫਿਰ ਕਾਰਵਾਈ ਕਿਹਨੇ ਕਰਨੀ ਹੈ? ਸਰਕਾਰ ਤੁਹਾਡੀ ਹੈ, ਫਿਰ ਤੁਸੀਂ ਉਹਦੇ ਕੋਲ ਗੱਲਾਂ 'ਚ ਕਿਉਂ ਛਡਾਉਂਦੇ ਹੋ? ਬਾਹਰ ਮੈਂ ਫਿਰ ਰਿਹਾ, ਲੋਕ ਲਾਹਣਤਾਂ ਪਾ ਰਹੇ ਨੇ ਇਸ ਕੋਠੀ ਵਾਲੇ ਮਸਲੇ ਦੇ ਉੱਤੇ ਵੀ ਐਡਾ ਵੱਡਾ ਮਸਲਾ। ਉਹ 2 ਲੇਡੀਜ਼ ਪੰਜਾਬ ਦੇ ਵਿੱਚ ਜਾ ਕੇ ਖੱਜਲ ਹੋ ਰਹੀਆਂ ਨੇ। ਇੱਥੇ ਵੀ ਰੋਜੀ ਰੋਟੀ ਦੀ ਫਿਕਰ ਹੈ, ਇੱਥੇ ਕੋਈ ਪੰਜਾਬ ਵਾਲਾ ਹਿਸਾਬ ਤੇ ਨਹੀਂ ਕਿ 10 ਦਿਨ ਨੌਕਰੀ ਤੇ ਨਾ ਜਾਓ ਤੇ MLA ਜਾਂ ਮੇਰੇ ਵਰਗਾ ਫੋਨ ਕਰਦੇ ਵੀ ਇਹਨੇ ਨਹੀਂ ਆਉਣਾ ਤੇ 10 ਦਿਨ ਦੀ ਹਾਜ਼ਰੀ ਲਾ ਦੀ। ਉਹੋ ਜਿਹਾ ਸਿਸਟਮ ਇੱਥੇ ਨਹੀਂ ਚੱਲਦਾ। ਇਹੋ ਲੋਕ ਸੁਰੱਖਿਅਤ ਨਹੀਂ ਹੈਗੇ, ਇਹਨਾਂ ਦੀਆਂ ਜਾਇਦਾਦਾਂ ਸੁਰੱਖਿਅਤ ਨਹੀਂ ਹੈਗੀਆਂ ਤੇ ਗੋਰੇ ਤੇ ਕਿਤੇ ਇੱਧਰ ਮੂੰਹ ਹੀ ਨਹੀਂ ਕਰ ਸਕਦੇ। ਜੋ ਮੈਂ ਗੋਰਿਆਂ ਦਾ ਹਾਲ ਵੇਖਦਾ, ਜਿੱਡੇ ਉਹ ਡਿਸਪਲਿਨ 'ਚ ਰਹਿੰਦੇ ਨੇ ਤੇ ਜਿੱਡੀ ਉਹ ਇਮਾਨਦਾਰੀ ਨਾਲ ਕੰਮ ਕਰਦੇ ਨੇ, ਹਰ ਬੰਦੇ ਦੇ ਨਹਾੜੇ ਕੱਢ ਲਏ। ਆ ਧਾਰੀਵਾਲ NRI ਮਿਨਿਸਟਰ ਹੈ, ਪਹਿਲਾ ਮਹਿਕਮਾ ਤੇ ਉਹਦੇ ਕੋਲੋਂ ਖੋਹ ਲਿਆ ਵੀ ਸਮਝ ਆ ਗਈ ਵੀ ਇਹ ਗੱਲਾਂ ਵਾਲਾ ਹੀ ਹੈ। ਆਪਾਂ ਉੱਥੋਂ ਕਬਜ਼ਾ ਛਡਾ ਲਿਆ, ਉੱਥੋਂ ਕਬਜ਼ਾ ਛਡਾ ਲਿਆ, ਨਾ ਤੇ ਬਾਦਲਾਂ ਦੇ ਕਬਜ਼ੇ ਛੁੱਟੇ ਨਾ ਵੱਡੇ ਲੀਡਰਾਂ ਦੇ ਕਬਜ਼ੇ ਛੁੱਟੇ ਤੇ ਧਾਰੀਵਾਲ ਨੂੰ ਉਸ ਕੰਮੋਂ ਤੋਂ ਤੁਸੀਂ ਵਿਹਲਾ ਕੀਤਾ। ਬਹੁਤ ਵਧੀਆ, ਵੀ ਸਿਵਾਏ ਗੱਲਾਂ ਤੋਂ ਬਗੈਰ ਕੁਝ ਹੈ ਨਹੀਂ ਸੀਗਾ। ਸੋ ਮੇਰੀ ਤੁਹਾਨੂੰ ਰਿਕੁਐਸਟ ਹੈ ਮਾਨ ਸਾਹਿਬ, ਮੈਂ ਕੋ ਗਰਮ ਬੋਲ ਕੇ 4 ਗਾਲਾਂ ਕੱਢ ਕੇ ਸਰਕਾਰ ਨੂੰ, ਮੇਰਾ ਤਾਂ ਕੁਝ ਨਹੀਂ ਜਾਣਾ। ਇਹਨਾਂ ਲੋਕਾਂ ਦਾ ਮੈਂ ਮਸਲਾ ਖਰਾਬ ਨਹੀਂ ਕਰਨਾ ਚਾਹੁੰਦਾ, ਉਹਨੂੰ ਮੈਂ ਹੋਰ ਨਹੀਂ ਉਲਝਾਉਣਾ ਚਾਹੁੰਦਾ। ਮੈਂ ਤੁਹਾਨੂੰ ਬੜੀ ਨਿਮਰਤਾ ਦੇ ਨਾਲ ਰਿਕੁਐਸਟ ਕਰ ਰਿਹਾ ਕਿ ਇਹਨਾਂ ਨੇ ਮੈਨੂੰ ਵੀ ਬੜੀ ਆਸ ਨਾਲ ਸੱਦਿਆ ਔਰ ਤੁਹਾਡੇ ਵੱਲ ਵੀ ਬੜੀ ਆਸ ਦੇ ਨਾਲੇ ਨਿਗਾਹ ਲਾ ਕੇ ਗੱਡੇ ਨੇ। ਲੱਖ ਇਹਨਾਂ ਦੇ ਮਨ ਦੇ ਵਿੱਚ 20 ਗੱਲਾਂ ਸੀ, ਪਰ ਇੱਕ ਗੱਲ ਇਹਨਾਂ ਵੀ ਐਡਮਿਟ ਕੀਤੀ ਹੈ ਕਿ ਹਾਂ ਯਾਰ CM ਦੇ ਉੱਤੇ ਦੋਸ਼ ਨਹੀਂ ਹੈਗਾ ਕੋਈ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਸਰਬਜੀਤ ਕੌਰ ਮਾਣੂਕੇ, ਕਿ ਲੋਕ ਜੇ ਚੜਾ ਸਕਦੇ ਆ ਨਾ ਤੇ ਲੋਕ ਥੱਲੇ ਵੀ ਲਾ ਸਕਦੇ ਆ। ਤਾਕਤ ਦਾ ਤੇ शोहरत का कभी मान नहीं करना चाहिए कि शोहरत की बुलंदी भी पल भर का तमाशा है। शोहरत की बुलंदी भी पल भर का तमाशा है, जिस डाल पे बैठे हो वो टूट भी सकती है। कि गुलाम फरीदा इत्थे सब मुसाफिर नहीं, कोई अज चलिया कोई कल चलिया, कोई बन गया रौनक पखियां दी, कोई छोड़ के शीश महल चलिया, कोई पलिया नाज ते नखरियां विच, कोई गर्म रेत ते थल चलिया, कोई भुल गया मकसद आवन दा, कोई करके मकसद हल चलिया। गुलाम फरीदा इत्थे सब मुसाफिर, कोई अज चलिया ते कोई कल चलिया। साथियों, आया तो मैं कैनेडा दे विच घूमण सीगा, पर बहुत सारिया फोन कॉल, बहुत सारे मैसेजेस, बहुत सारे सज्जणा मित्रां दे फोन, बहुत सारी अप्रोच जिहड़ी आई कि पंजाब दे विच एक बहुत गंभीर मसला चल रहा कि एक MLA वल्लों एक NRI दी कोठी दे उत्ते कब्जा किया गया। सो मेरे कोलों जिथे भी किते कुछ गलत हुंदा
ਜਾਂ ਜਿੱਥੇ ਕਿਤੇ ਵੀ ਲੋਕਾਂ ਨੂੰ ਲੋੜ ਮਹਿਸੂਸ ਹੁੰਦੀ ਹੈ, ਕਦੀ ਮੈਂ ਮੂੰਹ ਵਿਖਾ ਕੇ ਭੱਜਾ ਨਹੀਂ। ਮੇਰੀ ਜ਼ਿੰਦਗੀ ਦਾ ਇਹ ਮਕਸਦ ਨਹੀਂ ਹੈ ਕਿ ਨਹਾ ਲਿਆ, ਸੌਂ ਲਿਆ, ਖਾ ਲਿਆ, ਕੱਪੜੇ ਪਾ ਲਏ, ਸਾਹ ਲੈ ਲਏ ਤੇ ਇਹਦੇ 'ਚ ਹੀ ਜ਼ਿੰਦਗੀ ਹੈ। ਹਾਂ, ਜ਼ਰੂਰ ਉੱਥੇ ਕੋਸ਼ਿਸ਼ ਕਰਦਾ ਵੀ ਕਿਸੇ ਨਾ ਕਿਸੇ ਦਾ ਫਾਇਦਾ ਜ਼ਰੂਰ ਹੋਵੇ। ਜੇ ਫਾਇਦਾ ਨਹੀਂ ਤੇ ਮੇਰੇ ਗੱਲ ਕਰਨ ਦੇ ਨਾਲ ਕਿਸੇ ਦਾ ਨੁਕਸਾਨ ਵੀ ਨਾ ਹੋਵੇ। ਮੈਂ ਜਿਹੜੀਆਂ 2 ਲਾਈਨਾਂ ਕਹਿ ਕੇ ਆਪਣੀ ਗੱਲ ਸ਼ੁਰੂ ਕਰਨ ਲੱਗਾ, ਜਿਹੜਾ ਕੋਠੀ ਵਾਲਾ ਪੰਜਾਬ 'ਚ ਮਸਲਾ ਚੱਲ ਰਿਹਾ, ਮੈਂ ਆਪਣੇ ਬਾਰੇ ਕਿਉਂ ਜ਼ਰੂਰਤ ਸਮਝੀ ਕਿ ਇੱਥੇ ਮੈਂ ਉਹਨਾਂ ਦੇ ਘਰ ਆਇਆ ਜਿਨ੍ਹਾਂ ਦੀ ਇਹ ਕੋਠੀ, ਇਹਨਾਂ ਦੇ ਮੈਸੇਜ ਤੇ ਇਹਨਾਂ ਦੇ ਮਾਤਾ ਜੀ ਜਿਹੜੇ ਬਜ਼ੁਰਗ ਨੇ ਉਹ ਪੰਜਾਬ 'ਚ ਫਿਰ ਰਹੇ ਨੇ। ਇਸ ਕਰਕੇ ਮੈਨੂੰ ਵੀ ਇਹ ਮਹਿਸੂਸ ਹੋਇਆ ਕਿ ਮੈਨੂੰ ਇਹ ਜਾ ਕੇ ਇਹਨਾਂ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰਨੀ ਚਾਹੀਦੀ ਹੈ ਕਿ ਗੁਲਾਮ ਫਰੀਦਾ ਇੱਥੇ ਸਭ ਮੁਸਾਫਰ ਨਹੀਂ। ਕੋਈ ਅੱਜ ਚੱਲਿਆ, ਕੋਈ ਕੱਲ ਚੱਲਿਆ, ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹੱਲ ਚੱਲਿਆ, ਕੋਈ ਪਲਿਆ ਨਾਜ ਤੇ ਨਖਰਿਆਂ ਵਿੱਚ, ਕੋਈ ਗਰਮ ਰੇਤ ਤੇ ਥਲ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਰ, ਕੋਈ ਅੱਜ ਚੱਲਿਆ ਤੇ ਕੋਈ ਕੱਲ ਚੱਲਿਆ। ਸੋ ਮਕਸਦ ਜ਼ਿੰਦਗੀ ਦਾ ਇਹ ਹੋਣਾ ਚਾਹੀਦਾ ਕਿ ਤੁਸੀਂ ਕਿਸੇ ਦੇ ਨਾਲ ਜ਼ਿੰਦਗੀ ਦੇ ਵਿੱਚ ਮਾੜੇ ਸਮੇਂ 'ਚ ਜਾਂ ਮੁਸ਼ਕਲ ਦੇ ਵਿੱਚ ਖਲੋਵੋ। ਇਹ ਨਹੀਂ ਕਿ ਕਿਸੇ ਦੇ ਘਰ ਆਏ ਹੋ, ਮਤਲਬ ਘੁੰਮਣ ਫਿਰਨ ਆਏ ਹੋ, ਖਾ ਪੀ ਲਿਆ ਤੇ ਚਲੇ ਗਏ। ਅੱਜ ਮੈਂ ਇਹਨਾਂ ਨੂੰ ਕੱਲ ਆਪ ਫੋਨ ਕੀਤਾ, ਮੇਰੇ ਕਿਸੇ ਦੋਸਤ ਨੇ ਨੰਬਰ ਦਿੱਤਾ ਸੀਗਾ ਔਰ ਇਹਨਾਂ ਨੇ ਮੈਨੂੰ ਅੱਜ ਇੱਥੇ ਆਪਣੇ ਘਰ ਬੁਲਾਇਆ ਔਰ ਮੈਂ ਸਾਰੇ ਪੰਜਾਬ ਵਾਲਿਆਂ ਨਾਲ, ਸਾਰੇ ਜਿੱਥੇ ਵੀ NRI ਨੇ, ਜਿੱਥੇ ਵੀ ਇਹਨਾਂ ਦੇ ਹਮਦਰਦ ਲੋਕ ਨੇ ਜਿਹੜੇ NRIs ਦੇ, ਉਹਨਾਂ ਨਾਲ ਸਾਰੀ ਗੱਲ ਇਹ ਸਾਂਝੀ ਕਰਨੀ ਚਾਹੁੰਦਾ ਕਿ ਇਹ ਮਸਲਾ ਸ਼ੁਰੂ ਕਿੱਥੋਂ ਹੋਇਆ। ਇਹ ਮਈ ਲਾਸਟ ਦੀ ਗੱਲ ਹੈ। ਇਹ ਸਾਰ ਪਰਮਜੀਤ ਸਿੰਘ ਢਾਲੀਵਾਲ ਨੇ, ਜਿਨ੍ਹਾਂ ਦੇ ਉੱਥੇ ਮਦਰ ਵੀ ਗਏ ਹੋਏ ਨੇ ਤੇ ਵਾਈਫ ਵੀ ਇਹਨਾਂ ਦਾ ਇੱਕ ਦੋਸਤ ਆਸਟ੍ਰੇਲੀਆ ਦੇ ਵਿੱਚੋਂ ਇੰਡੀਆ ਜਿਹੜਾ ਉਹ ਘੁੰਮਣ ਗਿਆ। ਇਹਨਾਂ ਦੇ ਘਰ ਉਹਨੇ ਜਾ ਕੇ ਜਦੋਂ ਗੇੜਾ ਮਾਰਿਆ, ਇਹਨਾਂ ਨੂੰ ਮਿਲਣ ਗਿਆ ਜਾਂ ਇਹਨਾਂ ਦੇ ਮਾਤਾ ਜੀ ਦਾ ਹਾਲ ਚਾਲ ਪੁੱਛਣ ਗਿਆ ਤਾਂ ਅੱਗੋਂ ਉਹਨੇ ਪੁੱਛਿਆ ਘਰ ਦੇ ਵਿੱਚ ਕਿ ਮਾਤਾ ਅਮਰਜੀਤ ਕੌਰ ਕਿੱਥੇ ਨੇ, ਤੇ ਅੱਗੋਂ ਕਹਿੰਦੇ ਜੀ ਇੱਥੇ ਅਮਰਜੀਤ ਕੌਰ ਨਹੀਂ, ਇੱਥੇ ਸਰਬਜੀਤ ਕੌਰ ਜਿਹੜੇ ਨੇ ਉਹ ਰਹਿੰਦੇ ਨੇ, ਉਹਨਾਂ ਦਾ ਘਰ ਹੈ। ਫਿਰ ਉਹਨੇ ਇਹਨਾਂ ਨੂੰ ਫੋਨ ਕੀਤਾ ਪਰਮਜੀਤ ਹੋਣਾ ਨੂੰ ਕਿ ਤੁਸੀਂ ਜਿਹੜਾ ਆਪਣਾ ਉਹ ਘਰ ਵੇਚ ਦਿੱਤਾ। ਇਹਨਾਂ ਕਿਹਾ ਜੀ ਅਸੀਂ ਬਿਲਕੁਲ ਨਹੀਂ ਵੇਚਿਆ। ਘਰ ਜਿਹੜਾ ਇਹਨਾਂ ਦਾ 2020 ਦੇ ਵਿੱਚ ਬੰਦ ਹੋ ਗਿਆ ਸੀਗਾ। ਬੰਦ ਇਸ ਕਰਕੇ ਕਿ ਉਦੋਂ ਕੋਵਿਡ ਸਾਰੀ ਦੁਨੀਆ ਹੀ ਉਹਦੇ ਨਾਲ ਤਰਾਸਦੀ, ਉਸ ਦੇ ਵਿੱਚ ਸਾਰੇ ਉਸ ਪੀੜਾ ਦੇ ਵਿੱਚੋਂ ਨਿਕਲੇ ਆ। 2020 ਦੇ ਵਿੱਚ ਇਹਨਾਂ ਨੇ ਆਪਣੇ ਮਾਤਾ ਜੀ ਨੂੰ ਇੱਥੇ ਕੈਨੇਡਾ ਬੁਲਾ ਲਿਆ ਜੀ। ਇਹਨਾਂ ਦੇ ਮਾਤਾ ਜੀ ਕੈਨੇਡਾ ਆ ਗਏ ਔਰ 28 ਮਈ ਨੂੰ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਾ ਆਪਣੇ ਦੋਸਤ ਦੀ ਕਾਲ ਤੋਂ ਬਾਅਦ, ਔਰ ਇਹਨਾਂ ਦੀ ਵਾਈਫ ਜਿਹੜੀ ਹੈ ਉਹਨਾਂ ਨੇ ਕਾਲ ਤੁਸੀਂ ਕੀਤੀ ਕਿ ਤੁਹਾਡੇ ਮੈਸੇਜ ਨੇ ਜੀ ਮਾਣੂਕੇ ਨੂੰ? ਇਹਨਾਂ ਨੇ ਕਾਲ ਕੀਤੀ, ਜਿਹੜੀ ਫਸਟ ਕਾਲ ਹੈ 28 ਮਈ ਨੂੰ, ਜਿਨ੍ਹਾਂ ਦਾ ਨਾਂ ਲੱਗਦਾ ਸੀਗਾ ਕਿ ਘਰ ਦੇ ਵਿੱਚ ਉਹਨਾਂ ਦੀ ਅੱਜ ਕੱਲ੍ਹ ਰਹਿਸ਼ ਹੈ, ਉਹਨਾਂ ਨੇ ਕਾਲ ਚੁੱਕੀ ਨਹੀਂ। ਸੈਕੰਡ ਕਾਲ ਜਿਹੜੀ ਇਹਨਾਂ ਨੇ ਕੀਤੀ ਆਪਣੇ ਸੰਧਵਾ ਸਾਹਿਬ ਜਿਹੜੇ ਸਾਡੇ ਵਿਧਾਨ ਸਭਾ ਦੇ ਸਪੀਕਰ ਨੇ, ਉਹਨਾਂ ਨੇ ਵੀ ਕੋਈ ਮੇਰੇ ਖਿਆਲ ਗੱਲ ਨਹੀਂ ਤੁਹਾਡੇ ਨਾਲ ਹੋਈ ਤੇ ਮੈਸੇਜ ਕੀਤਾ ਤੁਸੀਂ ਉਹਨਾਂ ਨੂੰ ਮੈਸੇਜ ਕੀਤਾ ਔਰ ਉਹਨਾਂ ਨੇ ਅੱਗੋਂ ਕਿਹਾ ਕਿ ਤੁਹਾਡੀ ਕੰਪਲੇਂਟ ਜਿਹੜੀ ਆ ਮੈਂ ਉਹ ਫਾਰਵਰਡ ਕਰ ਦਿੱਤੀ ਹੈ CM ਹਾਊਸ ਦੇ ਵਿੱਚ। ਤੀਜੀ ਕਾਲ ਇਹਨਾਂ ਨੇ ਕੀਤੀ ਸਾਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੇ OSD ਨੇ, ਮਨਜੀਤ ਸਿੱਧੂ, ਉਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਕੋਲੋਂ ਰਿਟਨ ਕੰਪਲੇਂਟ ਮੰਗੀ ਔਰ 7 ਮਈ ਨੂੰ ਜਿਹੜਾ ਮਨਜੀਤ ਸਿੰਘ OSD ਨੇ ਉਹ ਇਹਨਾਂ ਨੂੰ ਮਿਲਦੇ ਨੇ ਔਰ ਉਹਨਾਂ ਨੇ ਥੋੜੀ ਦੂਰ ਜਾ ਕੇ ਸਾਰ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਔਰ ਇਹਨਾਂ ਨੂੰ ਆ ਕੇ ਦੱਸਿਆ ਕਿ ਤੁਹਾਡਾ ਜਿਹੜਾ ਸਾਰਾ ਮਸਲਾ ਉਹ ਮੈਂ ਮਾਨ ਸਾਹਿਬ ਦੇ ਨੋਟਿਸ ਦੇ ਵਿੱਚ ਲਿਆ ਦਿੱਤਾ। 7 ਜੂਨ ਨੂੰ ਇਹ ਕੰਪਲੇਂਟ ਜਿਹੜੀ ਰਿਟਨ ਦੇ ਵਿੱਚ ਦਿੰਦੇ ਨੇ, ਉਹ ਕੰਪਲੇਂਟ ਦੀ ਇੱਕ ਕਾਪੀ ਦਿੰਦੇ ਨੇ CM ਨੂੰ, DGP ਨੂੰ, NRI ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ, ਰਾਘਵ ਚੱਡਾ ਜਿਹੜੇ ਪੰਜਾਬ ਦੇ ਇੰਚਾਰਜ ਨੇ ਉਹਨਾਂ ਨੂੰ, ਕੇਜਰੀਵਾਲ ਹੋਣਾ ਨੂੰ, ਸੰਦੀਪ ਪਾਠਕ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਪੂਰਾ ਦਖਲ ਹੈ, ਉਹਨਾਂ ਸਾਰਿਆਂ ਨੂੰ ਇੱਕ ਕਾਪੀ ਇਹਨਾਂ ਜਿਹੜੀ ਫਾਰਵਰਡ ਕੀਤੀ ਹੈ ਔਰ ਉਹਦੇ ਵਿੱਚ ਜੋ ਤੱਥ ਮੇਰੇ ਸਾਹਮਣੇ ਆਏ ਤੇ ਜੋ ਇਹਨਾਂ ਦਿੱਤੇ ਕਿ 8 ਜੂਨ ਨੂੰ ਜਿਹੜੀ ਫਰਦ ਹੈ ਉਹ ਇਹਨਾਂ ਦੀ ਅਮਰਜੀਤ ਕੌਰ ਜਿਹੜੇ ਇਹਨਾਂ ਦੇ ਮਾਤਾ ਜੀ ਨੇ ਉਹਨਾਂ ਦੇ ਨਾਂ ਦੇ ਉੱਤੇ ਬੋਲਦੀ ਹੈ। 8 ਜੂਨ ਦੀ ਇਹਨਾਂ ਨੇ ਉਹ ਕਾਪੀ ਕਢਾਈ ਹੈ ਫਰਦ ਦੀ ਔਰ ਉਸ ਤੋਂ ਬਾਅਦ ਹੁਣ ਜਿਹੜੀ ਫਰਦ ਹੈ ਜਦੋਂ ਇਹ ਕੰਪਲੇਂਟ ਦੇ ਦਿੰਦੇ ਨੇ 8 ਜੂਨ ਤੱਕ ਇਹਨਾਂ ਦੇ ਨਾਂ ਤੇ ਹੈ ਔਰ ਉਸ ਤੋਂ ਬਾਅਦ ਜਿਹੜੀ ਫਰਦ ਹੈ ਉਹ ਕਰਮ ਸਿੰਘ ਸਿੱਧੂ ਦੇ ਨਾਂ ਦੇ ਉੱਤੇ ਜਿਹੜੀ ਉਹ ਚੜ ਜਾਂਦੀ ਹੈ। 2004 ਦੇ ਵਿੱਚ ਇਹਨਾਂ ਨੇ ਕੋਠੀ ਖਰੀਦੀ ਆ, ਇੱਥੇ ਬੈਠੇ ਨੇ ਕੈਨੇਡਾ। 2004 ਤੁਸੀਂ ਕਿਹੜੇ ਸੰਨ ਤੋਂ ਆਏ ਹੋ ਜੀ ਇੱਥੇ? 80-81 ਤੋਂ ਇੱਥੋਂ, ਮਤਲਬ ਵੀ ਇਹ ਸਦੀ ਦਾ ਇੱਕ ਤੀਜਾ ਹਿੱਸਾ ਹੀ ਹੋ ਗਿਆ ਜਦੋਂ ਦੇ ਇੱਥੇ ਬੈਠੇ ਨੇ। 2004 ਦੇ ਵਿੱਚ ਇਹ ਕੋਠੀ ਖਰੀਦੀ ਹੈ, ਮਾਤਾ ਜੀ ਇਹਨਾਂ ਦੇ ਉੱਥੇ ਰਹਿੰਦੇ ਸੀਗੇ। 2005 21 ਮਾਰਚ ਜਿਹੜੀ 2005 ਉਦੋਂ ਇੱਕ ਪਾਵਰ ਆਫ ਟਾਰਨੀ ਤਿਆਰ ਹੁੰਦੀ ਹੈ ਅਸ਼ੋਕ ਕੁਮਾਰ ਵੱਲੋਂ
ਔਰ ਉਹਦੇ ਵਿੱਚ ਜਿਹੜੇ ਸਿਗਨੇਚਰ ਨੇ, ਜਿਵੇਂ ਇਹਨਾਂ ਨੇ ਦੱਸਿਆ ਕਿ ਫੇਕ ਸਿਗਨੇਚਰ ਜਿਹੜੇ ਅਮਰਜੀਤ ਕੌਰ ਦੇ, ਪਰਮਜੀਤ ਕੌਰ ਦੇ, ਔਰ ਉਹਦੀ ਰਿਪੋਰਟ ਤੱਕ ਆ ਚੁੱਕੀ ਹੈ। ਦੋ ਜਿਹੜੇ ਫੋਰੈਂਸਿਕ ਮਾਹਰ ਨੇ ਉਹਨਾਂ ਕੋਲੋਂ ਇਹਨਾਂ ਨੇ ਰਿਪੋਰਟ ਜਿਹੜੀ ਲਈ ਹੈ ਕਿ ਇਹ ਸਿਗਨੇਚਰ ਜਿਹੜੇ ਮੈਚ ਹੀ ਨਹੀਂ ਕਰਦੇ। 16 ਜੂਨ ਨੂੰ ਇਹਨਾਂ ਕੋਲੇ 2 ਰਿਪੋਰਟਾਂ ਜਿਹੜੀਆਂ ਆ ਗਈਆਂ ਨੇ, ਜਿਹਦੀ ਆ ਕਾਪੀ ਇਹਨਾਂ ਨੇ ਹੁਣ ਇੱਥੇ ਮੈਨੂੰ ਦਿੱਤੀ ਹੈ। ਇਹ ਪੰਜਾਬ ਵੀ ਭੇਜ ਦਿੱਤੀਆਂ ਨੇ ਜੀ, ਤੁਸੀਂ ਕਾਪੀਆਂ ਉੱਥੇ ਦਸਤਾਵੇਜ਼ ਹੈ ਜੀ, ਉਹਨਾਂ ਨੇ ਕਰਵਾਈਆਂ ਸੀ ਸਾਡੇ ਲਈ ਤੇ ਉਹਨਾਂ ਨੇ ਇਹਦੀ ਕੀਤੀ ਹੋਈ ਹੈ ਜੀ ਰਿਪੋਰਟ ਪੂਰੀ। ਉਹਦੇ ਅੱਗੇ ਵੇਖੋ, ਉਹਦੇ ਵਿੱਚ ਇੱਕ ਨੰਬਰਦਾਰ ਹੈ ਸ਼ਿਆਮ ਸਿੰਘ, ਉਹਦੇ ਸਾਈਨ ਵੀ ਇਹਦੇ ਵਿੱਚ ਮਿਸਮੈਚ ਜਿਹੜੇ ਨੇ, ਕਿਉਂਕਿ ਜਿਹੜੇ ਉਹਦੇ ਪੁਰਾਣੀਆਂ ਰਜਿਸਟਰੀਆਂ ਤੋਂ ਸਾਈਨ ਕੱਢੇ ਗਏ, ਜਦੋਂ ਪਹਿਲਾਂ ਵੀ ਕਿਤੇ ਨੰਬਰਦਾਰੀ ਦੇ ਤੌਰ ਤੇ ਗਵਾਹੀ ਪਾਉਂਦਾ ਸੀਗਾ, ਉਹ ਵੀ ਸਾਈਨ ਜਿਹੜੇ ਇਹਨਾਂ ਸਾਈਨਾਂ ਦੇ ਨਾਲ ਸਿਗਨੇਚਰ ਮੈਚ ਨਹੀਂ ਕਰਦੇ। ਔਰ ਉਹਦੀ ਡੈਥ ਹੋ ਚੁੱਕੀ ਉਸ ਬੰਦੇ ਦੀ, ਜਿਹੜਾ ਬੰਦਾ ਖੜਾ ਕੀਤਾ ਗਿਆ ਪਾਵਰ ਆਫ ਅਟਾਰਨੀ ਲਈ। ਔਰ ਮਾਤਾ ਜੀ ਦੀ ਜਗ੍ਹਾ ਤੇ ਜਿਹੜੀ ਔਰਤ ਖੜੀ ਕੀਤੀ ਗਈ ਹੈ, ਉਹਦੀ ਵੀ ਕਹਿੰਦੇ ਡੈਥ ਹੋ ਚੁੱਕੀ ਆ। ਵੀ ਸਭ ਜਿਉਂਦੀਆਂ ਜੀ ਜਗ੍ਹਾ ਦੇ ਉੱਤੇ ਮਰਿਆਂ ਬੰਦਿਆਂ ਨੂੰ ਤਿਆਰ ਕਰਕੇ ਉਹਨਾਂ ਦੇ ਪੇਪਰ ਲਾਏ ਗਏ। ਐਡੀ ਮਤਲਬ ਕੀ ਇਹ ਮਤਲਬ ਪੰਜਾਬ 'ਚ ਚੱਲ ਕੀ ਰਿਹਾ ਹੈ, ਸਾਰਾ ਸੋਚਣ ਵਿਚਾਰਨ ਦੀ ਲੋੜ ਹੈ। ਇੱਕ ਰਿਪੋਰਟ ਇਹਨਾਂ ਨੂੰ ਫਿਰੋਜ਼ਪੁਰ ਤੋਂ ਵੀ ਆ ਗਈ ਹੈ। ਸੰਜੀਵ ਸ਼ਰਮਾ ਨੇ ਜੀ ਫੋਰੈਂਸਿਕ ਜਿਹੜੇ, ਉਹਨਾਂ ਨੇ ਵੀ ਇਹ ਰਿਪੋਰਟ ਇਹਨਾਂ ਨੂੰ ਤਿਆਰ ਕਰਕੇ ਦਿੱਤੀ ਕਿ ਸਾਈਨ ਜਿਹੜੇ ਉਹ ਬਿਲਕੁਲ ਜਿਹੜੇ ਮਿਸਮੈਚ ਨੇ। ਔਰ ਪੁਲਿਸ ਜਦੋਂ ਇਹ ਪੁੱਛਦੇ ਨੇ, ਇਹਨਾਂ ਦੇ ਵਾਈਫ ਉੱਥੇ ਨੇ, ਇਹਨਾਂ ਦੇ ਮਾਤਾ ਜੀ ਉੱਥੇ ਨੇ, ਉਹ ਬਾਰ-ਬਾਰ ਜਿਹੜੇ ਉਹ ਪੁਲਿਸ ਦੇ ਗੇੜੇ ਮਾਰ ਰਹੇ ਨੇ। ਔਰ ਅੱਜ ਰਿਪੋਰਟ ਆਊਗੀ, ਕੱਲ ਜਿਹੜੀ ਰਿਪੋਰਟ ਆਊਗੀ ਮਾਲ ਮਹਿਕਮੇ ਕੋਲੋਂ। ਮੈਂ ਪੁੱਛਣਾ ਚਾਹੁੰਦਾ ਕਿ ਐਡਾ ਹਾਈ ਪ੍ਰੋਫਾਈਲ ਜਿਹੜਾ ਉਹ ਕੇਸ ਹੋਵੇ, ਜਿਹੜਾ ਸਾਰੇ ਪੰਜਾਬ ਦੇ ਵਿੱਚ ਤੁਹਾਡੀ ਥੂ ਕਰਾ ਰਿਹਾ ਹੋਵੇ। ਮੈਂ ਮਾਨ ਸਾਹਿਬ ਤੁਹਾਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ, ਮੈਂ ਹਰ ਜਗ੍ਹਾ ਦੇ ਉੱਤੇ ਕਹਿੰਦਾ ਕਿ ਤੁਸੀਂ ਇਮਾਨਦਾਰ ਹੋ, ਤੁਸੀਂ ਇਮਾਨਦਾਰੀ ਨਾਲ 1.25 ਸਾਲ ਜਿਹੜਾ ਪੰਜਾਬ ਦਾ ਹੰਢਾਇਆ। ਤੁਹਾਡੇ ਉੱਤੇ ਵੀ ਇੱਥੇ ਲਾਹਣਤਾਂ ਪੈ ਰਹੀਆਂ ਨੇ। ਮੈਂ ਇੱਥੇ ਫਿਰ ਰਿਹਾ ਔਰ ਜਗ੍ਹਾ ਦੇ ਉੱਤੇ ਇਹ ਮਸਲਾ ਜਿਹੜਾ ਵਿਚਾਰਿਆ ਜਾ ਰਿਹਾ। ਮੈਨੂੰ ਕਈ ਲੋਕਾਂ ਨੇ ਇੱਥੇ ਖਲੋ ਕੇ ਕਹਿ ਦਿੱਤਾ ਵੀ ਤੁਸੀਂ ਇਹਦੇ ਉੱਤੇ ਕਿਉਂ ਨਹੀਂ ਬੋਲਦੇ ਐਨਆਰਆਈਜ਼ਲੀ। 8 ਨੂੰ ਇਹਨਾਂ ਨੂੰ ਥਾਣੇ ਦੇ ਵਿੱਚ ਬੁਲਾਇਆ ਜਾਂਦਾ ਇਸ ਕੰਪਲੇਂਟ ਬੇਸ ਦੇ ਉੱਤੇ। ਉੱਥੇ ਬੈਠੇ ਹੁੰਦੇ ਨੇ ਐਸਪੀ ਪਰਮਾਰ ਤੇ ਡੀਐਸਪੀ ਵਿਰਕ, ਉੱਥੇ ਮਾਣੂਕੇ ਮੈਡਮ ਦੇ ਹਸਬੈਂਡ ਆਉਂਦੇ ਨੇ। ਔਰ ਉਹਦੇ ਵਿੱਚ ਉੱਥੇ ਇਹਨਾਂ ਨਾਲ ਗੱਲਬਾਤ ਹੁੰਦੀ ਹੈ ਕਿ ਤੁਸੀਂ ਕੋਠੀ ਕਿੰਨੀ ਦੇਰ ਤੋਂ ਰਹਿ ਰਹੇ ਹੋ? ਕੀ ਕਹਿੰਦੇ ਜੀ 15 ਦਿਨ ਤੋਂ ਰਹਿ ਰਹੇ ਆ। 15 ਦਿਨ ਦਾ ਉੱਤੇ ਲਾਇਆ, ਕਹਿੰਦੇ 2 ਮਹੀਨੇ ਤੋਂ ਕਿਰਾਏ ਤੇ ਲਈ ਹੋਈ ਹੈ। 2 ਮਹੀਨੇ ਤੋਂ ਕਹਿੰਦੇ ਨੇ ਕਿਰਾਏ ਤੇ ਲਈ ਹੋਈ ਆ। ਤੇ ਕਿਰਾਏਨਾਮੇ ਦੇ ਵਿੱਚ ਮੇਰੇ ਖਿਆਲ 15 ਮਈ ਦਾ ਟਾਈਮ ਹੈ। 15 ਮਈ ਦੇ ਵਿੱਚ 15 ਦਿਨਾਂ ਚੋਂ ਕੋਠੀ ਤਿਆਰ ਵੀ ਕਿਵੇਂ ਹੋ ਗਈ, ਉਹ ਰੈਨੋਵੇਟ ਵੀ ਕਿਵੇਂ ਹੋ ਗਈ ਕਿ ਜਦੋਂ ਇਹ ਇੱਥੇ ਰਹਿ ਰਹੇ ਨੇ। ਸਾਰਾ ਕੁਝ ਇੱਕ ਸਾਜ਼ਿਸ਼ ਦਾ ਹਿੱਸਾ ਸੀਗਾ ਜਿਹਦੀ ਇਨਕੁਆਇਰੀ ਕਰਨੀ ਚਾਹੀਦੀ ਆ, ਨਾ ਕਿ ਇਹ ਲੋਕ ਖੱਜਲ ਹੋਣ। ਔਰ ਡੀਐਸਪੀ ਵਿਰਕ ਆ ਜਿਹੜਾ ਉੱਥੇ, ਉਹ ਇਹਨਾਂ ਦੇ ਮੈਸੇਜ ਨੂੰ ਕਹਿੰਦਾ ਕਿ ਤੁਸੀਂ ਕੋਠੀ ਕਿਰਾਏ ਤੇ ਦੇ ਦਿਓ। ਹੁਣ ਉਸ ਡੀਐਸਪੀ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਜੇ ਇਹ ਮਾਲਕ ਹੀ ਨਹੀਂ ਉਹ ਕੋਠੀ ਦੇ, ਤੁਸੀਂ ਇਹਨਾਂ ਨੂੰ ਮੰਨਦੇ ਹੀ ਨਹੀਂ ਇਹ ਮਾਲਕ ਨੇ, ਫਿਰ ਕਿਹੜੇ ਮਤਲਬ ਕਾਨੂੰਨ ਦੇ ਤਹਿਤ ਇਹਨਾਂ ਕੋਲੋਂ ਤੁਸੀਂ ਕੋਠੀ ਕਿਰਾਏ ਦੇ ਉੱਤੇ ਮੰਗ ਰਹੇ ਹੋ? ਫਿਰ ਅੱਗੋਂ ਇਹਨਾਂ ਨੂੰ ਮੈਸੇਜ ਦਿੱਤਾ ਜਾਂਦਾ ਕਿ ਵੇਚ ਦਿਓ। ਇੱਥੇ ਇੱਕ ਬੰਦਾ ਇਹਨਾਂ ਨੂੰ ਅਪਰੋਚ ਕਰਦਾ ਹੈ ਕਿ ਕੋਠੀ ਵੇਚ ਦਿਓ, ਤੁਸੀਂ, ਤੁਹਾਨੂੰ ਇੰਨੇ ਪੈਸੇ ਦੇ ਦਿੰਦੇ ਆ, ਜਿੰਨਾ ਮੁੱਲ ਹੈ ਉਸ ਤੋਂ ਵੱਧ ਦੇਣ ਨੂੰ ਤਿਆਰ ਹੋ ਗਏ ਕਿ ਮੈਡਮ ਦਾ ਜਿਹੜਾ ਅਕਸ ਹੈ ਉਹ ਕਿਤੇ ਸਾਫ਼ ਸੁਥਰਾ ਕਰ ਲਿਆ ਜਾਵੇ। ਅਕਸ ਇਸ ਤਰੀਕੇ ਸਾਫ਼ ਨਹੀਂ ਹੋਣਾ ਮੈਡਮ, ਤੁਸੀਂ ਵੀ ਸੁਣ ਲਓ ਮਾਣੂਕੇ ਜੀ। ਅਕਸ ਤੁਹਾਡਾ ਸਾਫ਼ ਤਾਂ ਹੋਣਾ ਸੀਗਾ ਤੁਸੀਂ ਇਹਨਾਂ ਦੀ ਖੁਦ ਰਖਵਾਲੀ ਕਰਦੇ। ਫਿਰ ਇਹਨਾਂ ਦੇ ਮੈਸੇਜ ਨੂੰ ਐਸਪੀ ਪਰਮਾਰ ਨੇ ਉੱਥੇ ਬੁਲਾਉਂਦੇ ਨੇ 9 ਤਰੀਕ ਨੂੰ ਜੀ, 9 ਜੂਨ ਨੂੰ। 6 ਵਜੇ ਤੱਕ ਉਹ ਇਹਨਾਂ ਨੂੰ ਮਿਲਦੇ ਹੀ ਨਹੀਂ। 6 ਵਜੇ ਉਹ ਇਹਨਾਂ ਨੂੰ ਕਾਲ ਕਰਦੇ ਨੇ ਸਾਰਾ ਦਿਨ ਬਹਿ ਕੇ। ਔਰ ਐਸਪੀ ਸਾਹਿਬ ਕਹਿੰਦੇ ਨੇ ਕਿ ਡੀਐਸਪੀ ਵਿਰਕ ਨੂੰ ਮਿਲ ਲਓ। ਆਂਦੇ ਜੀ ਉੱਥੋਂ ਤੋਂ ਨਿਆਂ ਹੀ ਨਹੀਂ ਮਿਲ ਰਿਹਾ, ਉਹ ਤੇ ਕੋਠੀ ਕਿਰਾਏ ਤੇ ਮੰਗ ਰਹੇ ਨੇ। ਉਹਨਾਂ ਕੋਲੋਂ ਅਸੀਂ ਕੁਝ ਨਹੀਂ ਮਤਲਬ ਤੁਹਾਨੂੰ ਸਿੱਧੇ ਤੌਰ ਦੇ ਉੱਤੇ ਮਿਲਣਾ ਚਾਹੁੰਦੇ ਆ, ਐਸਐਸਪੀ ਨੂੰ ਮਿਲਣਾ ਚਾਹੁੰਦੇ ਆ। ਇਹ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਨੂੰ ਮਿਲਦੇ ਨੇ, ਜਿਹੜੇ ਨਵੇਂ ਮੰਤਰੀ ਬਣੇ ਨੇ। ਉਹ ਏਡੀਜੀਪੀ ਕੋਲ ਤੋਰ ਦਿੰਦੇ ਨੇ, ਏਡੀਜੀਪੀ ਇਹਨਾਂ ਨੂੰ ਐਸਐਸਪੀ ਕੋਲ ਤੋਰ ਦਿੰਦੇ ਨੇ, ਐਸਐਸਪੀ ਅੱਗੋਂ ਇਹਨਾਂ ਨੂੰ ਐਸਪੀ ਪਰਮਾਰ ਕੋਲ ਤੋਰ ਦਿੰਦੇ ਨੇ। ਬਸ ਇਸੇ ਗੱਦੀ ਗੇੜ ਦੇ ਵਿੱਚ। ਸੋ ਇਹ ਮਸਲਾ ਸਭ ਤੋਂ ਪਹਿਲਾਂ ਖਹਿਰਾ ਸਾਹਿਬ ਨੇ ਚੁੱਕਿਆ ਜੀ। ਪਤਾ ਨਹੀਂ ਕਿੱਥੋਂ ਟਵੀਟ ਆਈ ਇਹ ਖਹਿਰਾ ਸਾਹਿਬ ਨੇ ਮੇਰੇ ਖਿਆਲ ਟਵੀਟ ਕੀਤਾ। ਔਰ ਮੇਰੀ ਸਰਕਾਰ ਨੂੰ ਇੱਕ ਅਪੀਲ ਹੈ ਕਿ ਖਹਿਰਾ ਸਾਹਿਬ ਦੇ ਨਾਲ ਤੁਹਾਡੀ ਸੁਖਪਾਲ ਖਹਿਰਾ ਨਾਲ ਜਿੰਨੀ ਮਰਜ਼ੀ ਲੱਗਦੀ ਹੋਵੇ, ਜੋ ਮਰਜ਼ੀ ਹੋਵੇ, ਜਿਹੜੀ ਗੱਲ ਫੈਕਟ ਦੇ ਉੱਤੇ ਕੋਈ ਬੰਦਾ ਚੁੱਕੇ ਉਹਦੇ ਉੱਤੇ ਵਿਚਾਰ ਜ਼ਰੂਰ ਕਰਨਾ ਚਾਹੀਦਾ। ਇਹ ਨਹੀਂ ਸੋਚ ਲੈਣਾ ਚਾਹੀਦਾ ਵੀ ਇਹ ਮਸਲਾ ਖਹਿਰੇ ਨੇ ਚੁੱਕਿਆ ਤੈਨੂੰ ਹੱਲ ਹੀ ਨਹੀਂ ਕਰਨਾ, ਉਹਦੇ ਅੱਗੇ ਆਪਾਂ ਅੜੀ ਕਰ ਲੈਣੀ ਆ। ਇਹਦੇ ਨਾਲ ਤੁਹਾਡੀ ਸਰਕਾਰ ਦਾ ਅਕਸ ਵੀ ਡਿੱਗ ਰਿਹਾ। ਇੱਥੇ ਤੱਕ ਇਹਨਾਂ ਨੂੰ ਅਪਰੋਚ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਮਤਲਬ ਇਹ ਟੱਬਰ ਤੋਂ ਅੱਡ ਹੋ ਕੇ ਬੈਠੇ ਨੇ। ਸਾਰਾ ਟੱਬਰ ਤੇ ਉੱਥੇ ਬਹਿ ਨਹੀਂ ਨਾ ਸਕਦਾ। ਇਹ ਇੱਥੇ ਕੰਮ ਕਰ ਦੇਖ ਰਹੇ ਨੇ, ਵਾਈਫ ਇਹਨਾਂ ਦੇ ਮਤਲਬ ਜਿਹੜੇ ਤੇ ਮਦਰ ਉਹਨਾਂ ਦੇ ਬਜ਼ੁਰਗ ਨੇ ਉੱਥੇ ਕੰਮ ਕਰ ਦੇਖ ਰਹੇ ਨੇ। ਹੁਣ ਜਿਹੜੀ ਮੈਂ ਮਾਣੂਕੇ ਦੀ ਪ੍ਰੈਸ ਕਾਨਫਰੰਸ ਸੁਣੀ, ਉਹ 2-3 ਦਿਨ ਤੋਂ ਬੋਲ ਰਹੇ ਆ ਪ੍ਰੈਸ ਵਾਲਿਆਂ ਨੂੰ ਸੱਦ ਕੇ। ਉਹਦੇ ਵਿੱਚ ਉਹ ਤਰਕ ਕੀ ਦਿੰਦੇ ਨੇ ਕਿ ਜਿੰਨੇ ਮੈਨੂੰ ਘਰ ਦੀ ਚਾਬੀ ਦਿੱਤੀ, ਮੈਨੂੰ ਨਹੀਂ ਪਤਾ ਉਹ ਠੀਕ ਆ ਗਲਤ ਆ, ਮੈਂ ਚਾਬੀ ਉਹਨੂੰ ਵਾਪਸ ਮੋੜ ਦਿੱਤੀ। ਮੇਰਾ ਮੈਡਮ ਮਾਣੂਕੇ ਨੂੰ ਇੱਕ ਸਵਾਲ ਹੈ ਕਿ ਕੋਈ ਚੋਰ ਗੱਡੀ ਚੋਰੀ ਕਰਕੇ ਲੈ ਆਵੇ, ਉਹਦੀ ਚਾਬੀ ਤੁਹਾਨੂੰ ਫੜਾ ਦੇਵੇ ਤੇ ਮਗਰ ਮਾਲਕ ਆ ਜੇ ਆਪਣੇ ਦਸਤਾਵੇਜ਼ ਲੈ ਕੇ, ਤੇ ਤੁਸੀਂ ਕੀ ਕਹੋਗੇ ਵੀ ਮੈਂ ਚਾਬੀ ਜਿਹੜੀ ਉਹ ਚੋਰ ਨੂੰ ਮੋੜਨੀ ਆ?
ਤੁਹਾਡਾ ਫਰਜ਼ ਹੈ, ਲੋਕਾਂ ਨੇ ਤੁਹਾਨੂੰ ਐਮਐਲਏ ਬਣਾਇਆ। ਮੈਂ ਸੁਣਦਾ ਸੀਗਾ ਕੱਲ ਤੁਹਾਨੂੰ ਕਿ ਮੈਂ ਐਮਐਲਏ 40,000 ਤੇ ਜਿੱਤੀ ਆ, ਔਰ 40,000 ਤੇ ਤੁਸੀਂ ਜਿੱਤੇ ਹੋ ਤੇ ਤੁਹਾਡੇ ਇਲਾਕੇ ਦੇ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨਾ ਵੀ ਤੁਹਾਡਾ ਫਰਜ਼ ਬਣਦਾ। ਇਹ ਲੋਕਾਂ ਨੂੰ ਧੱਕੇ ਨਾ ਖਾਣੇ ਪੈਣ। ਇਹਨਾਂ ਲੋਕਾਂ ਨੇ ਤੁਹਾਨੂੰ, ਐਨਆਰਆਈਜ਼ ਨੇ, ਸਾਰੀ ਸਰਕਾਰ ਨੂੰ, ਤੁਹਾਨੂੰ ਲੋਕਾਂ ਨੂੰ ਫੰਡਸ ਵੀ ਦਿੱਤੇ ਨੇ। ਇਸ ਕਰਕੇ ਨਹੀਂ ਦਿੱਤੇ ਕਿ ਸਾਡੀਆਂ ਕੋਠੀਆਂ ਦੇ ਉੱਤੇ, ਸਾਡੀਆਂ ਜਾਇਦਾਦਾਂ ਦੇ ਉੱਤੇ ਕਬਜ਼ਾ ਕਰ ਲਓ, ਸਾਨੂੰ ਖੱਜਲ ਹੋਣਾ ਪਵੇ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਸਰਬਜੀਤ ਕੌਰ ਮਾਣੂਕੇ, ਕਿ ਲੋਕ ਜੇ ਚੜਾ ਸਕਦੇ ਆ ਨਾ ਤੇ ਲੋਕ ਥੱਲੇ ਵੀ ਲਾ ਸਕਦੇ ਆ। ਤਾਕਤ ਦਾ ਤੇ ਸ਼ੋਹਰਤ ਦਾ ਕਦੀ ਮਾਣ ਨਹੀਂ ਕਰਨਾ ਚਾਹੀਦਾ कि शोहरत की बुलंदी भी पल भर का तमाशा है, शोहरत की बुलंदी भी पल भर का तमाशा है, जिस डाल पे बैठे हो वो टूट भी सकती है। भी ਜਿਹੜੀ ਟਾਹਣੀ ਤੇ ਬੈਠੇ ਹੋ ਜੇ ਇਹੋ ਜਿਹੇ ਕੰਮ ਕਰੋਗੇ ਤੇ ਉਹ ਡਿੱਗ ਵੀ ਪੈਣੀ ਆ। ਦੂਜਾ ਤਰਕ ਤੁਸੀਂ ਕੀ ਦਿੰਦੇ ਹੋ? ਮੈਂ ਐਸਐਸਪੀ ਨੂੰ ਕਿਹਾ ਕਿ ਵੈਰੀਫਾਈ ਕਰ ਤੇ ਜਿਹੜਾ ਗਲਤ ਹੈ ਉਹਦੇ ਉੱਤੇ ਪਰਚਾ ਦਰਜ ਕਰ। ਫਿਰ ਬਣਦਾ ਹੈ ਤੇ ਇਹ ਸੀਗਾ ਵੀ ਐਸਐਸਪੀ ਉਹਨੂੰ ਵੈਰੀਫਾਈ ਕਰਦਾ, ਡੀਸੀਓ ਨੂੰ ਵੈਰੀਫਾਈ ਕਰਦਾ। ਫਿਰ ਤੁਸੀਂ ਬਿਨਾਂ ਵੈਰੀਫਾਈ ਕੀਤੇ ਕਿਵੇਂ ਇੱਕ ਬੰਦੇ ਨੂੰ ਚਾਬੀ ਦੇ ਦਿੱਤੀ? ਉਹਦੇ ਉੱਤੇ ਤੁਸੀਂ ਕੋਈ ਸਰਕਾਰੀ ਰਿਸੀਵਰ ਲਾਉਂਦੇ, ਡੀਸੀ ਦੇ ਦਫ਼ਤਰ ਚਾਬੀ ਰੱਖ ਦਿੰਦੇ, ਐਸਐਸਪੀ ਦੇ ਦਫ਼ਤਰ ਚਾਬੀ ਰੱਖ ਦਿੰਦੇ ਵੀ ਜਿਹੜਾ ਜਾਇਜ਼ ਹੋਊਗਾ, ਜਿਹੜਾ ਸਹੀ ਹੋਊਗਾ ਉਹਨੂੰ ਚਾਬੀ ਦੇ ਦੇ। ਤੁਸੀਂ ਕਿਵੇਂ ਅਥਾਰਟੀ ਬਣ ਗਏ? ਤੁਸੀਂ ਕੋਈ ਹਾਈ ਕੋਰਟ ਦੇ ਜੱਜ ਲੱਗੇ ਹੋ ਵੀ ਤੁਸੀਂ ਉਸੇ ਵੇਲੇ ਫੈਸਲਾ ਸੁਣਾ ਦਿੱਤਾ ਵੀ ਇਸ ਬੰਦੇ ਨੇ ਮੈਨੂੰ ਕੋਠੀ ਦਿੱਤੀ ਹੈ ਔਰ ਇਹਨੂੰ ਮੈਂ ਵਾਪਸ ਚਾਬੀ ਕਰ ਰਹੀ ਹਾਂ। ਜੇ ਗਲਤ ਸੀ ਤੇ ਤੁਹਾਡਾ ਫਰਜ਼ ਸੀਗਾ ਉਸ ਬੰਦੇ ਦੇ ਉੱਤੇ ਪਰਚਾ ਦਰਜ ਕਰਾਉਂਦੇ। ਗਲਤ ਕੋਠੀ ਤੁਸੀਂ ਕਹਿ ਰਹੇ ਹੋ ਕਿ ਡਿਸਪਿਊਟਡ ਕੋਠੀ ਮੈਨੂੰ ਦੇ ਦਿੱਤੀ ਗਈ। ਡਿਸਪਿਊਟਡ ਕੋਠੀ ਲਈ ਕਿਉਂ ਜਾਂਦੀ ਹੈ? ਡਿਸਪਿਊਟਡ ਜਾਇਦਾਦ ਲਈ ਕਿਉਂ ਜਾਂਦੀ ਹੈ? ਆਮ ਤੌਰ ਤੇ ਪੁਰਾਣੇ ਲੀਡਰਾਂ ਨੂੰ, ਇਹ ਮੈਂ ਤੇ ਵੇਖਦਾ ਰਿਹਾ, ਮੈਂ ਅਕਾਲੀਆਂ 'ਚ ਵੀ ਰਿਹਾ, ਮੈਂ ਕਾਂਗਰਸ ਨਾਲ ਵੀ ਰਿਹਾ, ਆਮ ਤੌਰ ਤੇ ਸਰਕਾਰ ਬਣਦਿਆਂ ਹੀ ਕੁੱਤੇ ਵਾਂਗੂ ਸੁੰਘਦੇ ਫਿਰਦੇ ਨੇ ਵੀ ਝਗੜੇ ਵਾਲੀ ਜਗ੍ਹਾ ਹੈਗੀ ਆ ਕਿਤੇ, ਝਗੜੇ ਵਾਲੀ ਜਗ੍ਹਾ ਹੈਗੀ ਆ ਕਿਤੇ। ਉਹ ਕੰਮ ਤੁਸੀਂ ਲੋਕਾਂ ਨੇ ਵੀ ਅਪਣਾ ਲਏ। ਜੇ ਇਹ ਗਲਤ ਸੀਗੇ ਤੇ ਤੁਹਾਡੀ ਲੈਣੀ ਨਹੀਂ ਸੀ ਇਹ ਕੋਠੀ ਬਣਦੀ। ਫਿਰ ਤੁਸੀਂ ਤਰੱਕੀ ਦਿੱਤਾ ਕਿ ਖਹਿਰੇ ਨੇ ਵੀ ਜ਼ਮੀਨ ਦੱਬੀ ਆ, ਉਹ ਆਪਣੀ ਜ਼ਮੀਨ ਪਹਿਲਾਂ ਛੱਡੇ। ਮੈਂ ਤੈਨੂੰ ਪੁੱਛਣਾ ਚਾਹੁੰਦਾ, ਜੇ ਖਹਿਰੇ ਨੇ ਜ਼ਮੀਨ ਦੱਬੀ ਆ ਤੇ ਫਿਰ ਕਾਰਵਾਈ ਕਿਹਨੇ ਕਰਨੀ ਹੈ? ਸਰਕਾਰ ਤੁਹਾਡੀ ਹੈ। ਫਿਰ ਤੁਸੀਂ ਉਹਦੇ ਕੋਲ ਗੱਲਾਂ 'ਚ ਕਿਉਂ ਛਡਾਉਂਦੇ ਹੋ? ਫਿਰ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ? ਗੱਲਾਂ ਬਾਤਾਂ ਨਾਲ ਨਾ ਸਾਰੋ, ਮਤਲਬ ਜੋ ਤੁਸੀਂ ਕੀਤਾ ਹੈ ਫਿਰ ਉਡੀਕ ਕਾਹਦੀ ਕਰਦੇ ਹੋ? ਜੇ ਖਹਿਰੇ ਨੇ ਕੋਠੀ ਦੱਬੀ ਹੈ, ਸਭ ਤੋਂ ਵੱਧ ਵਿਰੋਧ ਤੁਹਾਡੀ ਸਰਕਾਰ ਦਾ ਇਕੱਲੇ ਬੰਦੇ ਦਾ ਉਹ ਕਰਦਾ, ਤੇ ਫਿਰ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ? ਜੇ ਉਹਨੇ ਜਗ੍ਹਾ ਦੱਬੀ ਆ, ਜਿਹਦੀ ਜਗ੍ਹਾ ਦੱਬੀ ਉਹਨੂੰ ਸਟੈਂਡ ਕਰ ਲਓ ਤੇ ਖਹਿਰੇ ਦੇ ਉੱਤੇ ਪਰਚਾ ਦਰਜ ਕਰੋ। ਆਪਾਂ ਜਿਹੜੇ ਬੰਦੇ ਦੇ ਨਾਲ ਇਹਨਾਂ ਦਾ ਝਗੜਾ ਹੈ, ਜਿਹਦੇ ਬਾਰੇ ਦੁਹਾਈ ਦੇ ਰਹੇ ਆ, ਕਰਮ ਸਿੰਘ ਜਿਹੜਾ ਬੰਦਾ ਹੈ, ਉਹਦਾ ਆਪਾਂ ਪੱਖ ਲੈ ਰਹੇ ਆ। ਉਹਦੀਆਂ ਆਪਣੇ ਨਾਲ ਫੋਟੋਆਂ ਆਉਂਦੀਆਂ ਨੇ, ਫਿਰ ਆਪਾਂ ਕਿਰਾਏਨਾਮਾ ਉਹਦੇ ਕੋਲ ਲਿਖਾ ਲਿਆ। ਆਪਾਂ ਉਹਦਾ ਐਡਾ ਪੱਖ ਕਿਉਂ ਪੂਰ ਰਹੇ ਆ? ਦੂਜੀ ਚੀਜ਼, ਮੈਂ ਛੋਟੇ ਇਸ਼ੂਜ਼ ਦੇ ਵਿੱਚ ਕਦੀ ਨਹੀਂ ਪਿਆ ਕਿ ਉਸ ਜਗ੍ਹਾ ਦੇ ਉੱਤੇ ਸੜਕ ਕਿਵੇਂ ਪੈ ਗਈ। ਐਮਐਲਏ ਵੀ ਕਿਤੇ ਰਹਿੰਦਾ ਹੋਵੇ, ਮੈਂ ਨਾ ਕਾਉਂਸਲਰ ਨਹੀਂ ਮਾਨ, ਉਹ ਕਿਤੇ ਰਹਿੰਦਾ ਹੋਵੇ, ਉਹਦੇ ਘਰ ਦੀ ਸੜਕ ਵੀ ਪੈ ਸਕਦੀ ਆ, ਚਾਹੇ ਉਹ ਕਿਰਾਏ ਤੇ ਰਹਿੰਦਾ ਹੋਵੇ, ਚਾਹੇ ਉਹ ਕਬਜ਼ਾ ਕਰਕੇ ਰਹਿੰਦਾ ਹੋਵੇ, ਕਿਉਂਕਿ ਲੋਕ ਉਹਦੇ ਕੋਲ ਆਉਂਦੇ ਆ। ਲੋਕ ਉਹਨੂੰ ਫਿਰ ਲਾਹਨਤਾਂ ਪਾਉਣਗੇ ਵੀ ਤੇਰੀ ਤੇ ਆਪਣੀ ਸੜਕ ਨਹੀਂ ਬਣੀ, ਤੂੰ ਸਾਡਾ ਕੀ ਵਿਕਾਸ ਕਰਦਾ ਫਿਰੇਗਾ। ਸੋ ਇਹਨਾਂ ਚੀਜ਼ਾਂ ਤੇ ਉੱਤੇ ਮੈਂ ਨਹੀਂ ਜਾਂਦਾ, ਪਰ ਜਿੱਥੇ ਤੁਸੀਂ ਗਲਤ ਹੋ, ਜਿੱਥੇ ਇਹਨਾਂ ਦੀ ਮਦਦ ਹੋਣੀ ਚਾਹੀਦੀ ਹੈ, ਕੱਲਾ ਕਾਗਜ਼ ਲੈ ਕੇ ਫਿਰ ਰਹੇ ਨੇ। ਸਰਕਾਰ ਸਾਰੀ ਤੁਹਾਡੇ ਪੱਖ 'ਚ ਖੜ ਗਈ, ਸਰਕਾਰ ਤੁਹਾਡੀ ਕਰਮ ਸਿੰਘ ਸਿੱਧੂ ਦੇ ਪੱਖ 'ਚ ਖੜ ਗਈ। ਜਿਸ ਬੰਦੇ ਨੇ ਪਾਵਰ ਆਫ ਅਟਾਰਨੀ ਬਣਾਈ, ਮੈਨੂੰ ਪਤਾ ਲੱਗਾ ਕਿ ਪਹਿਲਾਂ ਵੀ ਉੱਤੇ ਬਹੁਤ ਸਾਰੇ ਕੇਸਿਸ ਜਿਹੜੇ ਚੱਲਦੇ ਨੇ 420 ਨਾ ਕੋਈ ਕੋਰਟ ਦੇ ਵਿੱਚ ਚੱਲ ਰਹੇ ਨੇ ਜਾਂ ਪੁਲਿਸ ਥਾਣੇ ਦੇ ਵਿੱਚ ਨੇ, ਉਸ ਬੰਦੇ ਕੋਲੋਂ ਤੁਸੀਂ ਕੋਠੀ ਲਈ ਔਰ ਵਰਤ ਕੀ ਰਹੇ ਹੋ? ਨਾ ਕਿਹਦਾ ਵਰਤ ਰਹੇ ਹੋ ਕਿ ਦਲਿਤ ਸਮਾਜ ਕਰਕੇ ਮੈਨੂੰ ਜਿਹੜਾ ਇਹ ਧੱਕਾ ਮੇਰੇ ਨਾਲ ਹੋ ਰਿਹਾ, ਦਲਿਤਾਂ ਨੂੰ ਬਰਦਾਸ਼ਤ ਨਹੀਂ ਕਰਦੇ ਅਸੀਂ। ਮੈਂ ਤਾਂ ਕਦੀ ਕੋਈ ਫਰਕ ਨਹੀਂ ਸਮਝਦਾ ਵੀ ਦਲਿਤ ਕੌਣ ਹੈ, ਜੱਟ ਕੌਣ ਹੈ, ਰੋੜਾ ਕੌਣ ਹੈ। ਇਹਦੇ ਵਿੱਚ ਦਲਿਤ ਸਮਾਜ ਕਿੱਥੋਂ ਆ ਗਿਆ? ਮੈਂ ਤੁਹਾਨੂੰ ਇੱਕ ਸਵਾਲ ਕਰਦਾ ਮਾਣੂਕੇ ਜੀ, ਕਿ ਦਲਿਤ ਸਮਾਜ ਲਈ ਪਿਛਲੇ 5 ਸਾਲ ਵੀ ਤੁਸੀਂ ਮੰਤਰੀ ਐਮਐਲਏ ਰਹੇ ਹੋ, 1.25 ਸਾਲ ਤੋਂ ਤੁਹਾਡੀ ਸਰਕਾਰ ਹੈ। ਕਿੰਨੀ ਕੁ ਦਲਿਤਾਂ ਲਈ ਤੁਸੀਂ ਆਵਾਜ਼ ਬੁਲੰਦ ਕੀਤੀ ਹੈ, ਸਿਵਾਏ ਆਪਣੀ ਕੁਰਸੀ ਹਾਸਲ ਕਰਨ ਤੋਂ, ਸਿਵਾਏ ਦਲਿਤਾਂ ਦੇ ਨਾਂ ਦੇ ਉੱਤੇ ਮੰਤਰੀ ਬਣਨ ਤੋਂ? ਦਲਿਤਾਂ ਦਾ ਸਿਰਫ ਨਾਂ ਵਰਤਿਆ ਜਾਂਦਾ ਆਪਣੇ ਪਾਪ ਲੁਕਾਉਣ ਲਈ। ਜਿੱਥੇ ਤੁਸੀਂ ਕਿਤੇ ਫਸ ਜਾਂਦੇ ਹੋ, ਫਿਰ ਆਪਣੇ ਜਾਤ ਦਾ, ਧਰਮ ਦਾ ਸਾਰਿਆਂ ਕੋਲੇ, ਮਤਲਬ ਜੇ ਕਿਤੇ ਕੋਈ ਸਿੱਖ ਹੈ, ਜੇ ਕੋਈ ਹਿੰਦੂ ਹੈ, ਫਿਰ ਆਪੋ ਆਪਣੀ ਜਿਹੜੀ ਧਰਮ ਦੀ ਉਹ ਆੜ ਲੈਣੀ ਸ਼ੁਰੂ ਕਰ ਦਿੰਦਾ। ਅੱਗੋਂ ਪਿੱਛੋਂ ਆਪਾਂ ਆਪਣੇ ਧਰਮ ਲਈ, ਆਪਣੀ ਜਾਤ ਪਾਤ ਲਈ ਕੁਝ ਨਹੀਂ ਕਰਦੇ, ਸਿਰਫ ਆਪਣੇ ਪਾਪ ਲੁਕਾਉਣ ਲਈ। ਤੇ ਪਾਪ ਲੁਕਾਉਣ ਤੋਂ ਬਾਅਦ ਜਦੋਂ ਮਸਲਾ ਹੱਲ ਹੋ ਜਾਂਦਾ, ਫਿਰ ਅਗਲਾ ਪਾਪ ਕਰਨ ਲਈ ਤੁਰ ਪੈਂਦੇ ਆ। ਤੁਹਾਡੇ ਤੇ ਕਿਸੇ ਨੇ ਬੜਾ ਵਧੀਆ ਲਿਖਿਆ ਕਿ ਕਿਤਨੀ ਅਜੀਬ ਹੈ ਗੁਨਾਹੋਂ ਕੀ ਜੁਸਤਜੂ ਇਕਬਾਲ, कितनी अजीब है गुनाहों की जुस्तजू इकबाल, नमाज भी जल्दी में पढ़ते हैं फिर से गुनाह करने के लिए। ਅੱਜ ਤੁਸੀਂ ਇਹਦੀ ਆੜ ਲੈ ਰਹੇ ਹੋ, ਫਿਰ ਬਾਜੋਗੇ, ਫਿਰ ਤੁਸੀਂ ਸਹੁੰ ਖਾਓ ਵੀ ਦਲਿਤਾਂ ਲਈ ਕੁਝ ਕਰੋਗੇ, ਆਪਣੇ ਸਮਾਜ ਲਈ ਕੁਝ ਕਰੋਗੇ। ਤੁਸੀਂ ਕਬਜ਼ਾ ਕੀਤਾ ਜਾਂ ਨਹੀਂ ਕੀਤਾ? ਇੱਕ ਸਿਆਣੇ ਪੋਲੀਟੀਸ਼ੀਅਨ ਦੇ ਤੌਰ ਤੇ ਤੁਹਾਡਾ ਫਰਜ਼ ਪਤਾ ਕੀ ਬਣਦਾ ਸੀਗਾ? ਕਿ ਆਪ ਪਹਿਲ ਕਦਮੀ ਕਰਕੇ
ਜਿਹਦਾ ਤੁਹਾਡੇ ਉੱਤੇ ਦੋਸ਼ ਲੱਗ ਗਿਆ, ਇਹ ਮਸਲਾ ਤੁਹਾਨੂੰ ਖੁਦ ਅੱਗੇ ਆ ਕੇ ਹੱਲ ਕਰਾਉਣਾ ਚਾਹੀਦਾ ਸੀਗਾ ਔਰ ਲੋਕਾਂ ਦੇ ਵਿੱਚ ਵੀ ਤੁਹਾਡੇ ਨੰਬਰ ਬਣਦੇ ਔਰ ਸ਼ਾਇਦ ਤੁਹਾਡੀ ਸਰਕਾਰ ਦੇ ਵਿੱਚ ਵੀ ਤੁਹਾਡੇ ਨੰਬਰ ਬਣਦੇ। ਜਿਹੜਾ ਤੁਸੀਂ ਗੱਡੀਆਂ ਜਾਂਦੇ ਜਾਂਦੇ ਰਹਿ ਗਏ, ਜਿਹੜੀ ਗੱਡੀ ਚੜ੍ਹ ਨਹੀਂ ਸਕੇ ਮੰਤਰੀ ਵਾਲੀ, ਸ਼ਾਇਦ ਉਹ ਤੁਹਾਨੂੰ ਮੰਤਰੀ ਦੀ ਕੁਰਸੀ ਜਿਹੜੀ ਉਹ ਵਾਪਸ ਮਿਲ ਜਾਂਦੀ। ਇਮੋਸ਼ਨਲ ਸਟੇਟਮੈਂਟ ਤੁਸੀਂ ਦੇ ਰਹੇ ਹੋ ਕਿ ਮੇਰੇ ਬੱਚਿਆਂ ਨੂੰ ਅਟੈਕ ਕੀਤਾ ਜਾ ਰਿਹਾ। ਮੈਂ ਪੁੱਛਣਾ ਚਾਹੁੰਦਾ, ਮੈਂ ਵੀ ਸਾਰਾ ਦਿਨ ਆ ਦੇਖਦਾ ਫੇਸਬੁੱਕ, ਸੋਸ਼ਲ ਮੀਡੀਆ, ਲੋਕ ਮੈਨੂੰ ਦੱਸਦੇ ਨੇ ਕਿੱਥੇ ਤੁਹਾਡੇ ਕਿਸੇ ਬੱਚੇ ਦਾ ਕਿਸੇ ਨੇ ਨਾਂ ਲਿਆ। ਹਾਂ, ਜੇ ਤੁਸੀਂ ਇਸ ਪ੍ਰੋਫੈਸ਼ਨ 'ਚ ਹੋ, ਤੁਸੀਂ ਕੋਈ ਸੋਸ਼ਲ ਵਰਕਰ ਹੋ, ਤੁਸੀਂ ਕੋਈ ਪੋਲੀਟੀਸ਼ੀਅਨ ਹੋ, ਤੁਸੀਂ ਕੋਈ ਅਫਸਰ ਹੋ, ਤੁਸੀਂ ਕਿਤੇ ਵੀ ਸਮਾਜ ਸੇਵਾ ਦੇ ਨਾਲ ਜੁੜੇ ਹੋ, ਸੋਸ਼ਲ ਵਰਕ ਦੇ ਨਾਲ ਜੁੜੇ ਹੋ, ਤੇ ਇਹਨਾਂ ਚੀਜ਼ਾਂ ਲਈ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਕਿ ਮੇਰੇ ਉੱਤੇ ਕੋਈ ਬਲੇਮ ਵੀ ਲੱਗ ਸਕਦਾ। ਆਪਣੇ ਬੱਚਿਆਂ ਨੂੰ ਵੀ ਮਾਨਸਿਕ ਤੌਰ ਦੇ ਉੱਤੇ ਤਿਆਰ ਰੱਖਣਾ ਚਾਹੀਦਾ ਕਿ ਕਿਤੇ ਜੇ ਸਹੀ ਆ ਤੇ ਕਿਤੇ ਕੋਈ ਗਲਤ ਦੋਸ਼ ਵੀ ਲੱਗ ਸਕਦੇ ਆ। ਸਾਡੇ ਬੱਚਿਆਂ ਬਾਰੇ ਵੀ ਲੋਕ ਬੜਾ ਕੁਝ ਮਾੜਾ ਚੰਗਾ ਬੋਲ ਦਿੰਦੇ ਆ, ਬੜਾ ਕੁਝ ਲਿਖ ਦਿੰਦੇ ਆ, ਤੇ ਕੀ ਸਮਾਜ ਲਈ ਬੋਲਣੋਂ ਹਟ ਜਾਈਏ? ਕੀ ਸਮਾਜ ਦੀ ਬਾਂਹ ਫੜਨੋਂ ਹਟ ਜਾਈਏ? ਸੋ ਇਹ ਗੱਲਾਂ ਮੈਂ ਤੁਹਾਨੂੰ ਤੁਹਾਡੀਆਂ ਗੱਲਾਂ ਦੇ ਜਵਾਬ ਦਿੱਤੇ ਆ। ਤੇਰਾ ਫਰਜ਼ ਬਣਦਾ ਐਮਐਲਏ ਦਾ ਕਿ ਇਹਨਾਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰ। ਹੁਣ ਮੈਂ ਗੱਲ ਕਰਨ ਲੱਗਾ, ਜਿਹੜਾ ਮੇਰਾ ਸਿੱਧਾ ਸਿੱਧਾ ਮੈਸੇਜ ਹੈ ਉਹ ਹੈ ਸਾਰ ਭਗਵੰਤ ਸਿੰਘ ਮਾਨ ਨੂੰ ਕਿ ਮੈਂ ਤੇਰੀ ਇਮਾਨਦਾਰੀ ਪੱਖੋਂ ਤੇਰੀ ਬਹੁਤ ਇੱਜ਼ਤ ਕਰਦਾ। ਪੰਜਾਬ ਨੂੰ ਬਹੁਤ ਦੇਰ ਬਾਅਦ, ਪਤਾ ਨਹੀਂ ਤੁਸੀਂ ਦਿੱਲੀ ਤੋਂ ਚੱਲਦੇ ਹੋ, ਤੁਹਾਡੇ ਕਿਤੇ ਪੈਰਾਂ 'ਚ ਬੇੜੀਆਂ ਵੀ ਹੋਣਗੀਆਂ, ਜੋ ਵੀ ਹੈ, ਪਰ ਬੜੀ ਦੇਰ ਬਾਅਦ ਪੰਜਾਬ ਨੂੰ ਆ 1.25 ਸਾਲ ਕੋ ਇਮਾਨਦਾਰ ਮੁੱਖ ਮੰਤਰੀ ਦਾ ਤੁਹਾਡੇ ਐਮਐਲਏ ਥੱਲੇ ਕਰਦੇ ਹੋਣਗੇ ਇਹੋ ਜਿਹੀਆਂ ਚੋਰੀਆਂ ਠੱਗੀਆਂ। ਮੈਂ ਕੋਈ ਸਾਦੀ ਨਹੀਂ ਭਰਦਾ, ਪਰ ਹਾਂ ਅਜੇ ਤੱਕ ਤੁਹਾਡੇ ਉੱਤੇ ਕੋਈ ਮੈਨੂੰ ਐਡਾ ਵੱਡਾ ਦੋਸ਼ ਜਾਂ ਕੋਈ ਐਡਾ ਵੱਡਾ ਕੀ ਕੋਈ ਦੋਸ਼ ਲੱਭਾ ਨਹੀਂ ਕਰਪਸ਼ਨ ਦਾ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਆਪਾਂ ਪਹਿਲਾਂ ਸਟੇਟਮੈਂਟ ਦਿੱਤੀਆਂ ਨੇ ਮਾਨ ਸਾਹਿਬ ਕਿ ਗੋਰੇ ਪੰਜਾਬ 'ਚ ਆ ਕੇ ਨੌਕਰੀ ਕਰਨਗੇ, ਅੰਗਰੇਜ਼ ਲੋਕ ਪੰਜਾਬ 'ਚ ਆ ਕੇ ਕੰਮ ਕਰਨਗੇ, ਮੈਂ ਪੰਜਾਬ ਨੂੰ ਇਹੋ ਜਿਹਾ ਬਣਾ ਦਊਂਗਾ। ਇੱਥੇ ਤੇ ਪੰਜਾਬੀ ਆਉਣ ਨੂੰ ਤਿਆਰ ਨਹੀਂ। ਜਿਹੜੇ ਪੰਜਾਬੀ ਇੱਥੇ ਰਹਿੰਦੇ ਨੇ ਉਹ ਵੀ ਭੱਜਣ ਨੂੰ ਤਿਆਰ ਨੇ ਲਾ ਐਂਡ ਆਰਡਰ ਕਰਕੇ। ਮਤਲਬ ਇੱਥੇ ਕੰਮ ਕਰ ਕਿਹੜੀ ਇੰਡਸਟਰੀ ਆਪਣੇ ਲੱਗ ਰਹੀ ਹੈ? ਕੁਝ ਵੀ ਨਹੀਂ ਲੱਗ ਰਿਹਾ। ਗੋਰੇ ਕਿਵੇਂ ਲੈ ਕੇ ਆ ਰਹੇ ਹੋ ਜਦੋਂ ਕਿ ਪੰਜਾਬੀਆਂ ਦੀਆਂ ਜਾਇਦਾਦਾਂ ਜਿਹੜੇ ਬਾਹਰ ਬੈਠੇ ਨੇ, ਸਰਕਾਰ ਨੂੰ ਉਹਨਾਂ ਜਾਇਦਾਦਾਂ ਦੀ ਚੌਕੀਦਾਰੀ ਕਰਨੀ ਚਾਹੀਦੀ ਹੈ ਕਿ ਬੰਦੇ ਆਪਣੀ ਰੋਜੀ ਰੋਟੀ ਕਮਾਉਣ ਲਈ ਗਏ, ਇੱਥੇ ਵੀ ਉਹਨਾਂ ਆਪਣੇ ਪੈਰ ਨਹੀਂ ਛੱਡੇ ਔਰ ਇਹਨਾਂ ਲੋਕਾਂ ਦੀ ਜਾਇਦਾਦ ਦੀ ਰਾਖੀ ਦਾ ਸਾਡਾ ਫਰਜ਼ ਹੈ। ਇਹੋ ਲੋਕ ਸੁਰੱਖਿਅਤ ਨਹੀਂ ਹੈਗੇ, ਇਹਨਾਂ ਦੀਆਂ ਜਾਇਦਾਦਾਂ ਸੁਰੱਖਿਅਤ ਨਹੀਂ ਹੈਗੀਆਂ, ਤੇ ਗੋਰੇ ਤੇ ਕਿਤੇ ਇੱਧਰ ਮੂੰਹ ਹੀ ਨਹੀਂ ਕਰ ਸਕਦੇ। ਜੋ ਮੈਂ ਗੋਰਿਆਂ ਦਾ ਹਾਲ ਵੇਖਦਾ, ਜਿੱਡੇ ਉਹ ਡਿਸਪਲਿਨ 'ਚ ਰਹਿੰਦੇ ਨੇ ਤੇ ਜਿੱਡੀ ਉਹ ਇਮਾਨਦਾਰੀ ਨਾਲ ਕੰਮ ਕਰਦੇ ਨੇ। ਮੈਂ ਸਵੇਰੇ ਕਿਸੇ ਨਾਲ ਗੱਲ ਕਰਦਾ ਸੀਗਾ ਪੰਜਾਬ, ਮੇਰੇ ਪੱਤਰਕਾਰ ਨੇ ਦੋਸਤ, ਮੈਂ ਸਾਰੀ ਡਿਟੇਲ ਲੈ ਰਿਹਾ ਸੀਗਾ ਇਹਦੀ, ਔਰ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਕਿ ਮੇਰਾ ਇੱਕ ਦੋਸਤ ਹੈ ਇੰਗਲੈਂਡ ਦੇ ਵਿੱਚ, ਉਹ ਕਹਿੰਦਾ ਸੀਗਾ ਕਿ ਮੈਂ ਮੋਹਾਲੀ ਦੇ ਵਿੱਚ ਇੱਕ ਫਲੈਟ ਲੈਣਾ, ਕਿ ਮੈਂ ਕਦੀ ਪੰਜਾਬ ਆ ਗਿਆ, ਫਲੈਟ ਮਿਲ ਜਾਂਦੇ ਨੇ, ਮੈਂ ਵਧੀਆ ਇੱਥੇ ਰਿਹਾ ਕਰੂੰਗਾ। ਜਦੋਂ ਦਾ ਇਹ ਮਸਲਾ ਉੱਠਿਆ ਉਹ ਕੰਨਾਂ ਨੂੰ ਹੱਥ ਹੀ ਲਾ ਗਿਆ ਵੀ ਮੇਰਾ ਜੋ ਕੁਝ ਹੈਗਾ ਮੈਂ ਉਹ ਵੀ ਵੇਚ ਕੇ ਬਾਹਰ ਹੀ ਕੁਝ ਲੈ ਲੈਣਾ, ਮੈਂ ਇੱਥੇ ਨਹੀਂ ਰਹਿਣਾ। ਇਹ ਸੱਚਾਈ ਆ, ਮੈਂ ਝੂਠ ਕਦੀ ਜ਼ਿੰਦਗੀ 'ਚ ਨਹੀਂ ਬੋਲਦਾ। ਜੋ ਸਾਹਮਣੇ ਆ ਰਹੇ ਨੇ ਫੈਕਟ, ਮੈਂ ਉਹ ਤੁਹਾਡੇ ਸਾਹਮਣੇ ਰੱਖ ਰਿਹਾ। ਮਾਨ ਸਾਹਿਬ, ਬਾਹਰ ਮੈਂ ਫਿਰ ਰਿਹਾ, ਲੋਕ ਲਾਹਣਤਾਂ ਪਾ ਰਹੇ ਨੇ ਇਸ ਕੋਠੀ ਵਾਲੇ ਮਸਲੇ ਦੇ ਉੱਤੇ ਵੀ ਐਡਾ ਵੱਡਾ ਮਸਲਾ। ਉਹ 2 ਲੇਡੀਜ਼ ਪੰਜਾਬ ਦੇ ਵਿੱਚ ਜਾ ਕੇ ਖੱਜਲ ਹੋ ਰਹੀਆਂ ਨੇ। ਇੱਥੇ ਵੀ ਰੋਜੀ ਰੋਟੀ ਦੀ ਫਿਕਰ ਹੈ, ਇੱਥੇ ਕੋਈ ਪੰਜਾਬ ਵਾਲਾ ਹਿਸਾਬ ਤੇ ਨਹੀਂ ਕਿ 10 ਦਿਨ ਨੌਕਰੀ ਤੇ ਨਾ ਜਾਓ ਤੇ ਐਮਐਲਏ ਜਾਂ ਮੇਰੇ ਵਰਗਾ ਫੋਨ ਕਰਦੇ ਵੀ ਇਹਨੇ ਨਹੀਂ ਆਉਣਾ ਤੇ 10 ਦਿਨ ਇਹਦੀ ਹਾਜ਼ਰੀ ਲਾ ਦੀ। ਉਹੋ ਜਿਹਾ ਸਿਸਟਮ ਇੱਥੇ ਨਹੀਂ ਚੱਲਦਾ। ਸੋ ਇਹ ਲੋਕ ਤੁਹਾਡੇ ਕੋਲੋਂ ਬੜੀ ਆਸ ਨਾਲ ਬੈਠੇ ਨੇ, ਤੁਹਾਨੂੰ ਫੋਨ ਕੀਤਾ, ਤੁਹਾਡੇ ਓਐਸਡੀ ਨੇ ਤੁਹਾਡੇ ਧਿਆਨ 'ਚ ਲਿਆਂਦਾ। ਹੁਣ ਤੱਕ ਇਹ ਮਸਲਾ ਜਿਹੜਾ ਉਹ ਹੱਲ ਹੋ ਜਾਣਾ ਚਾਹੀਦਾ ਸੀਗਾ ਔਰ ਇਹਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਜਿਹੜਾ ਉਹ ਤੁਹਾਨੂੰ ਚਾਹੀਦਾ ਆਪ ਜਿਹੜਾ ਉਹ ਦਖਲ ਦੇ ਕੇ ਕਰੋ। ਜੇ ਤੁਸੀਂ ਇਹ ਮਸਲਾ ਹੱਲ ਕਰੋਗੇ, ਮੈਂ ਤੁਹਾਨੂੰ ਗਰੰਟੀ ਨਾ ਕਹਿਣਾ, ਜੋ ਮੈਂ ਇੱਥੇ ਹਾਲਾਤ ਵੇਖੇ ਨੇ, ਲੋਕਾਂ ਦਾ ਵਿਸ਼ਵਾਸ ਤੁਹਾਡੇ ਲਈ ਹੋਰ ਪੱਕਾ ਹੋਊਗਾ। ਲੋਕ ਤੁਹਾਡੀ ਸਿਫਤ ਕਰਨਗੇ। ਆਪਣੇ ਐਮਐਲਏਆਂ ਦੀਆਂ ਗਲਤੀਆਂ ਕਰਕੇ ਆਪਣੀ ਸਰਕਾਰ ਦਾ ਅਕਸ ਨਾ ਸੁੱਟੋ। ਖਹਿਰਾ ਸਾਹਿਬ ਵੀ ਕਹਿੰਦੇ ਸੀਬੀਆਈ ਜਾਂਚ, ਮਤਲਬ ਆਮ ਲੋਕ ਕਹਿੰਦੇ ਇੱਥੇ ਸੀਬੀਆਈ ਜਾਂਚ, ਮੈਂ ਨਹੀਂ ਮੰਨਦਾ। ਮੈਂ ਕਹਿੰਦਾ ਇਹਦੀ ਜਾਂਚ ਤੁਸੀਂ ਆਪਦੇ ਡੀਜੀ ਵਿਜੀਲੈਂਸ ਹੈ ਉਹਨਾਂ ਕੋਲੋਂ, ਮੈਂ ਉਸ ਬੰਦੇ ਨੂੰ ਵੀ ਇਮਾਨਦਾਰੀ ਦਾ ਬਹੁਤ ਵੱਡਾ ਖਿਤਾਬ ਦਿੰਦਾ, ਵਰਿੰਦਰ ਸ਼ਰਮਾ ਉਹਨਾਂ ਨੂੰ, ਨਿਊਟਰਲ ਜਾਂਚ ਉਹਨਾਂ ਨੂੰ ਕਰਨ ਲਈ ਕਹਿ ਦਿਓ। ਉਹ 2 ਦਿਨਾਂ ਦੇ ਵਿੱਚ ਤੁਹਾਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਗੇ। ਹਰ ਬੰਦੇ ਦੇ ਨਹਾੜੇ ਕੱਢ ਲਏ। ਆ ਧਾਰੀਵਾਲ ਐਨਆਰਆਈ ਮਿਨਿਸਟਰ ਹੈ, ਪਹਿਲਾ ਮਹਿਕਮਾ ਤੇ ਉਹਦੇ ਕੋਲੋਂ ਖੋਹ ਲਿਆ ਵੀ ਸਮਝ ਆ ਗਈ ਵੀ ਇਹ ਗੱਲਾਂ ਵਾਲਾ ਹੀ ਹੈ। ਆਪਾਂ ਉੱਥੋਂ ਕਬਜ਼ਾ ਛਡਾ ਲਿਆ, ਉੱਥੋਂ ਕਬਜ਼ਾ ਛਡਾ ਲਿਆ, ਨਾ ਤੇ ਬਾਦਲਾਂ ਦੇ ਕਬਜ਼ੇ ਛੁੱਟੇ, ਨਾ ਵੱਡੇ ਲੀਡਰਾਂ ਦੇ ਕਬਜ਼ੇ ਛੁੱਟੇ, ਤੇ ਧਾਰੀਵਾਲ ਨੂੰ ਉਸ ਕੰਮੋਂ ਤੋਂ ਤੁਸੀਂ ਵਿਹਲਾ ਕੀਤਾ। ਬਹੁਤ ਵਧੀਆ, ਵੀ ਸਿਵਾਏ ਗੱਲਾਂ ਤੋਂ ਬਗੈਰ ਕੁਝ ਹੈ ਨਹੀਂ ਸੀਗਾ। ਪਰ ਆ ਜਿਹੜਾ ਮਸਲਾ ਹੈ ਤੁਹਾਡੇ ਆਪਣੇ ਧਿਆਨ ਦੇ ਨਾਲ ਜਿਹੜਾ ਉਹ ਹੱਲ ਹੋਣਾ ਚਾਹੀਦਾ। 7 ਸਮੁੰਦਰੋਂ ਪਾਰ, ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਭਗਵੰਤ ਮਾਨ ਹੋਣਾ ਨੂੰ, 7 ਸਮੁੰਦਰੋਂ ਪਾਰ ਕੌਣ ਜਾ ਕੇ ਝੂਠੀ ਲੜਾਈ ਲੜਦਾ ਹੈ ਜੀ ਪੰਜਾਬ ਦੇ ਵਿੱਚ? ਕਿੰਨੂੰ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਪੁਲਿਸ ਕਿੰਨੀ ਆਪ ਉਧਰੀ ਆ ਵੀ ਇਹਨਾਂ ਨੂੰ ਫਸਾ ਦੂਗੀ ਕਿਤੇ ਨਾ ਕਿਤੇ। ਸੱਚੇ ਨੇ ਤੇ ਇਹ ਲੜਾਈ ਆਪਣੀ ਲੜ ਰਹੇ ਆ ਨਾ। ਕਿੱਡੀ ਕੁ ਛੇਤੀ ਇਹ ਮਸਲਾ ਹੱਲ ਹੋ ਸਕਦਾ? ਇਹਦੇ ਤੇ 2-3 ਤਰਕ ਨੇ। ਲਾਓ ਆਪਦੇ ਡੀਜੀ ਦੀ ਡਿਊਟੀ ਤੇ 2 ਦਿਨਾਂ 'ਚ ਹੱਲ ਨਾ ਹੋਵੇ। ਉਹ ਕਹਿ ਰਹੀ ਹੈ ਕਿ ਮੈਂ 15 ਦਿਨਾਂ ਤੋਂ ਇੱਥੇ ਕਿਰਾਏ ਤੇ ਆ ਜੀ। ਹਾਂਜੀ
15-20 ਤੁਸੀਂ ਫੋਨ ਲੋਕੇਸ਼ਨ ਕਢਾ ਲਓ ਇਨਵੈਸਟੀਗੇਸ਼ਨ ਦੇ ਵਿੱਚ ਕਿ ਉਹਦੇ ਘਰ ਵਾਲੇ ਦੀ ਕਿੰਨੀ ਦੇਰ ਤੋਂ ਇਸ ਕੋਠੀ ਦੇ ਵਿੱਚ ਲੋਕੇਸ਼ਨ ਆ ਰਹੀ ਹੈ, ਉਹ ਬੀਬੀ ਦੀ ਇਸ ਕੋਠੀ ਦੇ ਵਿੱਚ ਕਿੰਨੀ ਦੇਰ ਤੋਂ ਲੋਕੇਸ਼ਨ ਆ ਰਹੀ ਹੈ, ਔਰ ਤੁਸੀਂ ਉਹਦਾ ਜਿਹੜਾ ਸਟਾਫ ਹੈ ਉਹਦੀ ਕਿੰਨੀ ਦੇਰ ਤੋਂ ਜਿਹੜੀ ਇੱਥੇ ਲੋਕੇਸ਼ਨ ਆ ਰਹੀ ਹੈ, ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਵੀ ਉਹ ਬੀਬੀ ਕਿੰਨੀ ਦੇਰ ਤੋਂ ਰਹਿ ਰਹੀ ਹੈ। ਸੋ ਸੱਦੇ ਆਪਾਂ ਗੋਰਿਆਂ ਨੂੰ ਦਿੰਨੇ ਆ, ਪਰ ਇਹਨਾਂ ਲੋਕਾਂ ਦੀ ਬਾਂਹ ਹੀ ਫੜ ਲਈਏ ਜਿਹੜੇ ਇੱਥੇ ਗੋਰਿਆਂ ਕੋਲ ਆ ਕੇ ਆਪਣਾ ਕੰਮਕਾਰ ਕਰਦੇ ਨੇ। ਗੋਰੇ ਬਾਅਦ ਚੋਂ ਆਉਂਦੇ ਰਹਿਣਗੇ, ਪਹਿਲਾਂ ਆਪਾਂ ਇਹਨਾਂ ਦੀ ਬਾਂਹ ਤੇ ਫੜੀਏ। ਸੋ ਮੈਂ ਤੁਹਾਨੂੰ ਕਹੂੰਗਾ ਕਿ ਬੇਹਿਸਾਬ ਹਸਰ ਤੇ ਨਾ ਪਾਲੀਏ, बेहिसाब हसरते ना पालिए, जो मिला है उसी को संभालिए। आप इन्हां लोकां नूं ते संभालिए। सो मेरी तुहानूं रिक्वेस्ट है मान साहब, मैं को गर्म बोल के चार गालां कढ के सरकार नूं, मेरा तो कुछ नहीं जाना, इन्हां लोकां दा मैं मसला खराब नहीं करना चाहुंदा, मैं होर नहीं उलझाउणा चाहुंदा। मैं तुहानूं बड़ी निमरता दे नाल रिक्वेस्ट कर रहा कि इन्हां ने मैनूं भी बड़ी आस नाल सद्दिया और तुहाडे वल भी बड़ी आस दे नाल निगाह ला के गड्डे ने। ਲੱਖ ਇਹਨਾਂ ਦੇ ਮਨ ਦੇ ਵਿੱਚ 20 ਗੱਲਾਂ ਸੀ, ਪਰ ਇੱਕ ਗੱਲ ਇਹਨਾਂ ਵੀ ਐਡਮਿਟ ਕੀਤੀ ਹੈ ਕਿ ਹਾਂ ਯਾਰ ਸੀਐਮ ਦੇ ਉੱਤੇ ਦੋਸ਼ ਨਹੀਂ ਹੈਗਾ, ਕੋਈ ਇਮਾਨਦਾਰ ਹੈ। ਔਰ ਮੈਂ ਵੀ ਇਹਨਾਂ ਨੂੰ ਇੱਕ ਗੱਲ ਫਖਰ ਦੇ ਨਾਲ ਕਹੀ ਹੈ, ਤੇ ਸੋ ਫਖਰ ਇਹਨਾਂ ਦਾ ਬਣਿਆ ਵੀ ਰਹਿਣਾ ਚਾਹੀਦਾ ਕਿ ਜੇ ਤੁਹਾਡੀ ਕੋਠੀ ਕਿਸੇ ਪਿਛਲੀਆਂ ਸਰਕਾਰਾਂ ਦੇ ਐਮਐਲਏ ਨੇ ਦੱਬੀ ਹੁੰਦੀ, ਚਾਹੇ ਉਹ ਕਾਲੀ ਸੀਗਾ ਚਾਹੇ ਕਾਂਗਰਸੀ ਸੀਗਾ, ਤੇ ਹੋ ਸਕਦਾ ਉੱਥੇ ਤੁਹਾਡੀਆਂ ਜਨਾਨੀਆਂ ਤੇ ਵੀ ਪਰਚੇ ਹੋ ਜਾਂਦੇ। ਜੇ ਤੁਹਾਨੂੰ ਇਨਸਾਫ ਮਿਲ ਸਕਦਾ ਤੇ ਮੇਰੇ ਖਿਆਲ ਦੇ ਵਿੱਚ ਭਗਵੰਤ ਮਾਨ ਜਿਹੜਾ ਤੁਹਾਨੂੰ ਉਸ ਇਨਸਾਫ ਜ਼ਰੂਰ ਦੇਊਗਾ। ਪਰ ਅਖੀਰ ਦੇ ਵਿੱਚ ਮੈਂ ਤੁਹਾਨੂੰ ਫੇਰ ਇਹ ਕਹਿ ਕੇ ਬੇਨਤੀ ਕਰਨ ਲੱਗਾ ਕਿ ਤੱਕੜੀ 'ਚ ਤੋਲੋ, ਬਰਾਬਰ ਤੋਲਿਓ। ਇਹਨਾਂ ਦੇ ਨਾਲ ਜੇ ਧੱਕਾ ਹੋ ਰਿਹਾ ਤੇ ਜਿਹੜਾ ਵੀ ਅਫਸਰ ਉਹਦੇ ਵਿੱਚ ਇਨਵੋਲਵ ਹੈ, ਚਾਹੇ ਉਹ ਐਸਡੀਐਮ ਹੈ, ਚਾਹੇ ਉਹ ਤਹਿਸੀਲਦਾਰ ਹੈ, ਚਾਹੇ ਉਹ ਪਟਵਾਰੀ ਹੈ, ਚਾਹੇ ਉਹ ਪੁਲਿਸ ਵਾਲਾ ਜਿੰਨੇ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਐਮਐਲਏ ਦੇ ਪ੍ਰੈਸ਼ਰ ਦੇ ਵਿੱਚ ਆ ਕੇ, ਜਿੰਨੇ ਫਰਦਾਂ ਬਦਲੀਆਂ ਨੇ, ਉਹਨਾਂ ਦੇ ਉੱਤੇ 420 ਦਾ ਪਰਚਾ ਦਰਜ ਕਰੋ। ਜੇ ਤੁਸੀਂ ਨਹੀਂ ਕਰੋਗੇ ਤੇ ਮੈਂ ਇਹ ਕਹਿ ਕੇ ਤੁਹਾਨੂੰ ਸਮਾਪਤੀ ਕਰਨ ਲੱਗਾ ਕਿ ਲਸ਼ਕਰ ਵੀ तुम्हारा है, लश्कर भी तुम्हारा है भगवंत मान जी, लश्कर भी तुम्हारा है, सरदार भी तुम्हारा है। तुम झूठ को सच लिख दो, अखबार भी तुम्हारा है। धन्यवाद जी।